ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮਤਿ ਕਲਾਸ ਦੇ ਵਿੱਚ ਸ਼ਾਮਲ ਸਮੂਹ ਮਿਸ਼ਨਰੀ ਵੀਰ ਅਤੇ ਪੰਥ ਦੇ ਪ੍ਰਮੁੱਖ ਵਿਦਵਾਨ ਸਾਹਿਬਾਨ ਹਰ ਮਹੀਨੇ ਕਿਸੇ ਨਾ ਕਿਸੇ ਵਿਸ਼ੇ ਤੇ, ਰੋਜ਼ਾਨਾ ਹੀ ਕਿਸੇ ਨਾ ਕਿਸੇ ਵਿਸ਼ੇ ਤੇ ਆਪਣੇ ਵਿਚਾਰ, ਗੁਰਮਤਿ ਵਿਚਾਰ ਦੇ ਕੇ ਗੁਰਮਤਿ ਪਹਿਲੂਆਂ ਤੇ ਉਹਨਾਂ ਦੀ ਸਪਸ਼ਟਤਾ ਤੇ ਕੌਮ ਲਈ ਸਮੱਸਿਆਵਾਂ ਜਿਹੜੀਆਂ ਉਹਨਾਂ ਦਾ ਹੱਲ, ਉਹਨਾਂ ਦਾ ਢੰਗ ਸਮਝਣ ਤੇ ਸਮਝਾਉਣ ਦਾ ਯਤਨ ਕਰਦੇ ਰਹਿੰਦੇ ਨੇ। ਪਿਛਲੇ ਸਮੇਂ ਤੋਂ ਪਹਿਲੇ ਲੈਕਚਰ ਦੇ ਵਿੱਚ ਦਾਸ ਨੇ ਜੋ ਵਿਸ਼ਾ ਦਿੱਤਾ ਗਿਆ ਹੈ ਕਿ ਸਿੱਖ ਭਾਈਚਾਰਾ ਜੋ ਹੈ, ਦਲਿਤ ਭਾਈਚਾਰਾ ਉਹ ਸਿੱਖੀ ਤੋਂ ਦੂਰ ਕਿਉਂ ਜਾ ਰਿਹਾ ਹੈ। ਤੇ ਮੈਂ ਪਹਿਲੇ ਦਿਨ ਵੀ ਇਹ ਬੇਨਤੀ ਕੀਤੀ ਸੀ ਕਿ ਇਸ ਦਾ ਸਭ ਤੋਂ ਵੱਡਾ ਕਾਰਨ ਅਗਿਆਨਤਾ। ਨਾ ਤਾਂ ਸਿੱਖ ਆਗੂਆਂ, ਸਿੱਖ ਸੰਗਤਾਂ, ਸਿੱਖ ਪ੍ਰਚਾਰਕਾਂ ਤੇ ਸਿੱਖ ਸੰਪਰਦਾਵਾਂ ਨੂੰ ਗੁਰਮਤਿ ਦੀ ਉਹ ਸੋਝੀ ਹੈ ਕਿ ਜਾਤ ਪਾਤ ਦੇ ਖਾਤਮੇ ਦੇ ਲਈ ਗੁਰੂ ਸਾਹਿਬ ਅਤੇ ਬਾਕੀ 35 ਦੇ 35 ਮਹਾਂਪੁਰਸ਼ਾਂ ਨੇ, ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ, ਕਿੰਨੇ ਵੱਡੇ ਪੱਧਰ ਤੇ ਸੰਘਰਸ਼ ਆਰੰਭਿਆ ਔਰ ਆਪਣਾ ਆਪਾ ਸ਼ਹੀਦ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕਰਾਉਣਾ ਪੈ ਗਿਆ। ਸਰਵੰਸਤਾਨੀ ਦਸ਼ਮੇਸ਼ ਪਿਤਾ ਦਾ ਸਾਰਾ ਪਰਿਵਾਰ ਹੀ ਜਾਤ ਪਾਤ ਦੇ ਖਾਤਮੇ ਲਈ, ਮਾਨਵ ਏਕਤਾ ਦੇ ਲਈ, ਸਰਬ ਮਾਨਵਤਾ ਨੂੰ ਬਰਾਬਰ ਦਾ ਦਰਜਾ ਦੇਣ ਲਈ ਸ਼ਹਾਦਤ ਜਾਂ ਕੁਰਬਾਨ ਕਰਨਾ ਪੈ ਗਿਆ। ਸੋ ਅੱਜ ਵੀ ਉਸੇ ਲੜੀ ਤਹਿਤ ਪਿਛਲੀ ਵਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੱਕ ਜੋ ਪਾਵਨ ਵਿਚਾਰਧਾਰਾ ਬਾਣੀ ਦੇ ਵਿੱਚ ਬਿਆਨ ਕੀਤੀ ਗਈ, ਉਸਦੇ ਅਨੇਕਾਂ ਪ੍ਰਮਾਣ ਦਿੱਤੇ ਗਏ ਸਨ। ਅੱਜ ਦਾ ਵਿਸ਼ਾ ਜਿਹੜਾ ਹੈ ਉਹ ਜਾਤ ਪਾਤ ਦੇ ਖਾਤਮੇ ਲਈ ਗੁਰੂ ਨਾਨਕ ਜੋਤ ਵੱਲੋਂ ਚੁੱਕੇ ਗਏ ਇਨਕਲਾਬੀ ਕਦਮ ਜਿਹੜੇ, ਕਿਉਂਕਿ ਜੇ ਜਾਣਕਾਰੀ ਹੋ ਜਾਵੇ ਸਾਡੇ ਪ੍ਰਚਾਰਕਾਂ ਨੂੰ, ਸਾਡੇ ਕਥਾਵਾਚਕਾਂ ਨੂੰ, ਸਾਡੇ ਰਾਗੀਆਂ ਨੂੰ, ਤਾਂ ਮੈਂ ਸਮਝਦਾ ਹੈ ਸਭ ਤੋਂ ਵੱਡਾ ਲਾਹਾ ਇਹ ਹੋ ਸਕਦਾ ਹੈ। ਭਾਵੇਂ ਸਾਰੇ ਮੇਰੇ ਨਾਲੋਂ ਵੱਧ ਵਿਦਵਾਨ ਨੇ, ਪਰ ਜਿਸ ਸਮਾਜ ਦੇ ਵਿੱਚ ਬਹਿ ਕੇ ਅਸੀਂ ਸਿੱਖੀ ਦੇ ਪਾਵਨ ਸਿਧਾਂਤਾਂ ਦਾ ਆਨੰਦ ਮਾਣਿਆ ਔਰ ਮਾਣ ਸਨਮਾਨ ਪ੍ਰਾਪਤ ਕੀਤਾ, ਉਹ ਅਹਿਸਾਸ ਜਿਹੜਾ ਹੈ ਮੈਂ ਸਮਝਦਾ ਹਾਂ ਸਾਨੂੰ ਜ਼ਿਆਦਾ ਹੈ। ਖਾਸ ਕਰਕੇ ਮੈਂ ਆਪਣੇ ਆਪ ਨੂੰ ਬੜਭਾਗਾ ਸਮਝਦਾ ਹਾਂ ਕਿ ਗੁਰੂ ਸਾਹਿਬਾਨ ਦੇ ਇਸ ਪਾਵਨ ਵਿਚਾਰਧਾਰਾ ਦਾ ਪ੍ਰਚਾਰਕ ਹੋਣ ਦੇ ਨਾਤੇ ਸਿੱਖ ਧਰਮ ਅਤੇ ਬਾਕੀ ਧਰਮਾਂ ਦੇ ਵਿੱਚ ਕੀ ਅੰਤਰ ਹੈ, ਇਸ ਗੱਲ ਦਾ ਜਿਹੜਾ ਹੈ ਗਿਆਨ ਔਰ ਹਰ ਸਿੱਖ ਤੱਕ ਉਹ ਪਹੁੰਚਣਾ ਜ਼ਰੂਰੀ ਹੈ। ਇਸ ਲਈ ਮੈਂ ਅੰਤਲੇ ਲੈਕਚਰ ਦੇ ਵਿੱਚ ਜਿਹੜੇ ਵੀਰ ਹਰਜੀਤ ਸਿੰਘ ਜੀ, ਵੀਰ ਮਨਿੰਦਰਪਾਲ ਸਿੰਘ ਜੀ ਤੇ ਬਾਕੀ ਵਿਦਵਾਨਾਂ ਦੀ ਸੰਗਤ ਦੇ ਵਿੱਚੋਂ ਸੁਝਾਅ ਮਿਲੇ ਤੇ ਮਿਲਣਗੇ, ਉਹਨੂੰ ਵੀ ਰਲਾ ਕੇ ਆਪ ਜੀ ਨਾਲ ਪੇਸ਼ ਕਰਾਂਗਾ ਇਹ ਵਿਚਾਰ ਕਿ ਕਿਵੇਂ ਇਹਦਾ ਹੱਲ, ਉਹ ਭਾਈਚਾਰਾ ਦੂਰ ਕਿਉਂ ਜਾ ਰਿਹਾ ਹੈ ਤੇ ਉਸ ਨੂੰ ਫਿਰ ਨੇੜੇ ਲਿਆਉਣ ਦੇ ਕੀ ਕਾਰਨ ਹਨ। ਆਪ ਸਮੂਹ ਵਿਦਵਾਨਾਂ ਦੀ ਮਦਦ ਨਾਲ ਮੈਂ ਅਗਲੇ ਵਿਸ਼ੇ ਵਿੱਚ ਕਵਰ ਕਰਾਂਗਾ। ਪਹਿਲਾਂ ਗੁਰਬਾਣੀ ਦੇ ਆਧਾਰ ਤੇ ਗੱਲ ਕੀਤੀ ਸੀ ਕਿ ਜਾਤ ਪਾਤ ਦੇ ਖਾਤਮੇ ਲਈ ਗੁਰੂ ਸਾਹਿਬਾਨ ਨੇ ਕੀ ਕੀਤਾ। ਅੱਜ ਗੁਰੂ ਸਾਹਿਬਾਨ ਨੇ ਪ੍ਰੈਕਟੀਕਲ ਰੂਪ ਦੇ ਵਿੱਚ ਜਿਹੜੇ ਸਿਧਾਂਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਏਕ ਪਿਤਾ ਏਕ ਸਕੇ ਹਮਵਾਰਕ ਹੋਣ ਦਾ ਮਾਣ ਬਖਸ਼ਣ ਲਈ ਮਾਨਵਤਾ ਨੂੰ ਦਿੱਤੇ, ਉਹ ਕਿੰਨੇ ਵਿਸ਼ਾਲ ਪੱਧਰ ਤੇ ਹਨ, ਉਹਨਾਂ ਦੇ ਅਰਥ ਵੀ ਨਹੀਂ ਮੈਂ ਕਰ ਸਕਿਆ ਸਾਂ। ਸੈਂਕੜੇ ਪ੍ਰਮਾਣ ਬਾਣੀ ਵਿੱਚ ਐਸੇ ਦਿੱਤੇ ਜਾ ਸਕਦੇ ਹਨ ਤੇ ਅੱਜ ਗੁਰੂ ਪਾਤਸ਼ਾਹ ਨੇ ਕੀ ਉਹ ਪ੍ਰਮਾਣ ਦਿੱਤੇ ਹੀ ਹੈ, ਕੀ ਉਹ ਵਿਚਾਰ, ਕੀ ਉਹ ਸਿਧਾਂਤ ਕੇਵਲ ਦੱਸੇ ਹੀ ਨੇ ਕਿ ਆਪਣੇ ਜੀਵਨ ਵਿੱਚ ਵੀ ਗੁਰੂ ਨਾਨਕ ਪਾਤਸ਼ਾਹ ਨੇ, 10 ਗੁਰੂ ਸਾਹਿਬਾਨ ਨੇ ਉਹਨਾਂ ਨੂੰ ਢਾਲ ਕੇ ਮਾਨਵਤਾ ਨੂੰ ਕਿਵੇਂ ਨੇੜੇ ਲਿਆਂਦਾ। ਸੋ ਮੈਂ ਅੱਜ ਇਹ ਵਿਸ਼ਾ ਪਹਿਲੇ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਕਵਰ ਕਰਨਾ ਹੈ ਤੇ ਗੁਰੂ ਸਾਹਿਬਾਨ ਦੇ ਮਾਰਗ ਤੇ ਚੱਲਦਿਆਂ ਹੋਇਆਂ ਹੀ ਖਾਲਸਾ ਪੰਥ ਨੇ ਇਸ ਗਰੀਬ ਭਾਈਚਾਰੇ ਵਾਸਤੇ ਕੀ ਕੁਝ ਕੀਤਾ, ਉਹ ਵੀ ਉਹਨਾਂ ਦੇ ਧਿਆਨ ਹਿੱਤ ਹੋਣਾ ਚਾਹੀਦਾ ਹੈ। ਅੱਜ ਤੱਕ ਉਹ ਸੰਘਰਸ਼ ਜਿਹੜੇ ਗੁਰਬਾਣੀ ਨਾਲ ਜੁੜੇ ਹੋਏ ਨੇ ਉਹ ਉਸੇ ਤਰ੍ਹਾਂ ਹੀ ਕਰ ਰਹੇ ਨੇ, ਭਾਵੇਂ ਉਹ ਕਿਸੇ ਜਾਤ ਦੇ ਹੋਣ ਤੇ ਭਾਵੇਂ ਕਿਸੇ ਵੀ ਵਿਚਾਰਧਾਰਾ ਦੇ ਹੋਣ, ਪਰ ਫਿਰ ਵੀ ਉਹ ਜਾਤ ਪਾਤ ਦੇ ਖਾਤਮੇ ਦੇ ਲਈ
ਉਹ ਵੀ ਸੰਘਰਸ਼ ਪੰਥਕ ਰੂਪ ਪੱਧਰ ਤੇ ਪੰਥਕ ਤੌਰ ਤੇ ਕਿਵੇਂ ਕਰ ਰਹੇ ਹਨ। ਸੋ ਮੈਂ ਉਹ ਅਗਲੇ ਲੈਕਚਰ ਦੇ ਵਿੱਚ ਆਪ ਜੀ ਨਾਲ ਸਾਂਝੇ ਕਰਾਂਗਾ। ਅੱਜ ਮੈਂ ਜਾਤ ਪਾਤ ਦੇ ਖਾਤਮੇ ਲਈ ਗੁਰੂ ਨਾਨਕ ਜੋਤ ਵੱਲੋਂ ਚੁੱਕੇ ਗਏ ਇਨਕਲਾਬੀ ਕਦਮ ਇਸ ਵਿਸ਼ੇ ਤੇ ਸ਼ੁਰੂ ਕਰਨ ਤੋਂ ਪਹਿਲਾਂ 20-30 ਸਾਲ ਪਹਿਲਾਂ ਇਤਿਹਾਸ ਦੀ ਇੱਕ ਘਟਨਾ ਆਪ ਜੀ ਨੂੰ ਸੁਣਾ ਦੇਣੀ ਚਾਹੁੰਦਾ ਹਾਂ। ਕਹਿੰਦੇ ਨੇ ਜਦੋਂ ਹਿੰਦੁਸਤਾਨ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਜੀ ਰਾਸ਼ਟਰਪਤੀ ਚੁਣ ਕੇ ਆਪਣੀ ਪਦਵੀ ਦੀ ਸਹੁੰ ਖਾ ਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸ਼ੁਕਰਾਨਾ ਕਰਨ ਲਈ ਆਏ। ਇੱਥੇ ਬੈਠਿਆਂ ਹੀ ਉਹਨਾਂ ਦੇ ਮਨ ਦੇ ਵਿੱਚ ਇੱਕ ਸੰਕਲਪ ਆਇਆ ਕਿ ਮੈਨੂੰ ਗਰੀਬਾਂ ਦੇ ਮਸੀਹਾ ਬਾਬਾ ਰਵਿਦਾਸ ਜੀ ਦੇ ਪਾਵਨ ਸਥਾਨ ਤੇ ਜਾ ਕੇ ਉਹਨਾਂ ਦਾ ਵੀ ਸ਼ੁਕਰਾਨਾ ਕਰਨਾ ਚਾਹੀਦਾ ਹੈ। ਕੁਝ ਸਮੇਂ ਦੇ ਬਾਅਦ ਗਿਆਨੀ ਜੈਲ ਸਿੰਘ ਜੀ ਬਾਬਾ ਰਵਿਦਾਸ ਜੀ ਦੇ ਜਨਮ ਅਸਥਾਨ ਬਨਾਰਸ ਵਿਖੇ ਗਏ ਹਨ ਤੇ ਕਾਨੂੰਨ ਦੇ ਮੁਤਾਬਕ ਜਾਂ ਉਹਦੇ ਮੁਤਾਬਕ ਵਿਧਾਨ ਦੇ ਮੁਤਾਬਕ ਜਿੱਥੇ ਰਾਸ਼ਟਰਪਤੀ ਜੀ ਨੇ ਜਾਣਾ ਉੱਥੇ ਦਾ MLA ਔਰ ਉੱਥੇ ਦਾ MP ਔਰ ਵੱਡੇ ਅਹੁਦਿਆਂ ਵਾਲੇ ਪ੍ਰਸ਼ਾਸਨ ਦੇ ਸਾਰੇ ਪ੍ਰਬੰਧਕ ਉੱਥੇ ਹਾਜ਼ਰ ਹੋਣੇ ਚਾਹੀਦੇ ਸਨ। ਪਰ ਅਫਸੋਸ ਕਿ ਗਿਆਨੀ ਜੀ ਦੇ ਜਾਣ ਦੇ ਬਾਵਜੂਦ ਵੀ, ਕਿਉਂਕਿ ਉਹ ਸਾਰੇ ਲੋਕ ਵੱਡੀਆਂ ਜਾਤਾਂ ਵਾਲੇ ਸਨ, ਉਹਨਾਂ ਨੇ ਮਹਿਸੂਸ ਕੀਤਾ ਜੇ ਉੱਥੇ ਗਏ ਕੋਈ ਖਾਣਾ ਨਾ ਪੈ ਜਾਵੇ, ਕੁਝ ਪੀਣਾ ਨਾ ਪੈ ਜਾਵੇ ਤੇ ਇਸ ਢੰਗ ਦੇ ਨਾਲ ਅਸੀਂ ਭ੍ਰਿਸ਼ਟ ਹੋ ਜਾਵਾਂਗੇ, ਤੇ ਉਹ ਕੋਈ ਵੀ ਨਹੀਂ ਗਿਆ। ਜਦੋਂ ਗਿਆਨੀ ਜੀ ਦਾ ਸਵਾਗਤ ਕਰਨ ਦੇ ਲਈ ਉੱਥੋਂ ਦੇ ਪ੍ਰਧਾਨ ਸਾਹਿਬ ਖੜੇ ਹੋਏ ਤੇ ਉਹਨਾਂ ਨੇ ਇੱਕ ਗੱਲ ਆਖੀ ਕਿ ਸਤਿਕਾਰਯੋਗ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਜੀਓ, ਮੈਂ ਆਪ ਜੀ ਨੂੰ ਦੱਸ ਦੇਣਾ ਚਾਹੁੰਦਾ ਹਾਂ, ਪ੍ਰਧਾਨ ਸਾਹਿਬ ਕਹਿ ਰਹੇ ਸਨ ਕਿ ਬਾਬਾ ਰਵਿਦਾਸ ਜੀ ਨੂੰ ਸੰਸਾਰ ਵਿੱਚ ਆਇਆ ਲਗਭਗ 550 ਸਾਲ ਹੋ ਚੁੱਕੇ ਹਨ ਉਸ ਵਕਤ, ਤੇ ਅੱਜ ਤੱਕ ਹਿੰਦੁਸਤਾਨ ਦੀਆਂ ਕੇਵਲ 2 ਹਸਤੀਆਂ ਇਸ ਅਸਥਾਨ ਤੇ ਆਈਆਂ ਹਨ। ਕਹਿੰਦੇ ਸੁਣਿਆ ਸੀ 550 ਸਾਲ ਪਹਿਲਾਂ ਸਭ ਤੋਂ ਪਹਿਲੀ ਮਹਾਨ ਹਸਤੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸਥਾਨ ਤੇ ਆਏ, ਜਿਨ੍ਹਾਂ ਨੇ ਸਾਡੇ ਬਾਬਾ ਜੀ ਨੂੰ ਮਾਣ ਸਨਮਾਨ ਦੇਣ ਦੇ ਲਈ ਉਹ ਆਪਣੇ ਨਾਲ ਹੀ ਲੈ ਗਏ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਜਾ ਕੇ ਬਾਬਾ ਜੀ ਦੀ ਬਾਣੀ ਦਾ ਪ੍ਰਕਾਸ਼ ਕਰਕੇ ਉਹਨਾਂ ਨੂੰ ਵਿਸ਼ਵ ਦੇ ਰਹਿਬਰ ਬਣਾ ਦਿੱਤਾ। ਅੱਜ ਹਿੰਦੁਸਤਾਨ ਦੀ ਦੂਜੀ ਧਾਰਮਿਕ ਹਸਤੀ, ਦੂਜੀ ਮਹਾਨ ਹਸਤੀ ਗਿਆਨੀ ਜੈਲ ਸਿੰਘ ਜੀ ਰਾਸ਼ਟਰਪਤੀ ਬਣ ਕੇ ਤੁਸੀਂ ਆਏ ਹੋ, ਮੈਂ ਤੁਹਾਡਾ ਧੰਨਵਾਦ ਕਰਦਾ ਹਾਂ। ਤੇ ਨਾਲ ਹੀ ਇਹ ਗੱਲ ਮੈਂ ਮਾਣ ਨਾਲ ਕਹਿ ਦਿੰਦਾ ਹਾਂ ਕਿ ਤੁਸੀਂ ਵੀ ਤਾਂ ਆਏ ਹੋ ਕਿ ਤੁਸੀਂ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਹੋ। ਜੇ ਤੁਸੀਂ ਵੀ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਨਾ ਹੁੰਦੇ ਤਾਂ ਸ਼ਾਇਦ ਤੁਸੀਂ ਵੀ ਇੱਥੇ ਆਉਣ ਤੋਂ ਸੰਕੋਚ ਕਰ ਲੈਂਦੇ। ਇਹ ਗੱਲ ਮੈਂ ਆਪਣੇ ਪਾਸੋਂ ਨਹੀਂ ਬਣਾਈ, ਬਲਕਿ ਸਿੱਖ ਕੌਮ ਦੇ ਮਹਾਨ ਵਿਦਵਾਨ ਗਿਆਨੀ ਗੁਰਦਿੱਤ ਸਿੰਘ ਜੀ, ਸਕੱਤਰ ਸ੍ਰੀ ਗੁਰੂ ਸਿੰਘ ਸਭਾ, ਜੋ ਚਸ਼ਮਦੀਦ ਗਵਾਹ ਸਨ, ਉਹਨਾਂ ਨੇ ਰੋਜ਼ਾਨਾ ਅਜੀਤ ਦੀ ਐਡੀਸ਼ਨ ਦਸੰਬਰ 1998 ਨੂੰ ਇਹ ਘਟਨਾ ਜਿਹੜੀ ਅਜੀਤ ਅਖਬਾਰ ਦੇ ਵਿੱਚ ਦਿੱਤੀ ਸੀ, ਜੋ ਮੈਂ ਉਸ ਵੇਲੇ ਨੋਟ ਕਰ ਲਈ। ਮੇਰੇ ਕਹਿਣ ਦਾ ਮਤਲਬ ਕਿ ਅਗਰ ਗਰੀਬਾਂ ਦਾ ਮਸੀਹਾ ਕੋਈ ਸੰਸਾਰ ਦੇ ਵਿੱਚ ਆਇਆ, ਖਾਸ ਕਰਕੇ ਹਿੰਦੁਸਤਾਨ ਦੀ ਧਰਤੀ ਤੇ, ਉਹ ਸਭ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਸਨ, ਜਿਨ੍ਹਾਂ ਨੇ ਜਾਤ ਪਾਤ ਦੇ ਖਾਤਮੇ ਲਈ ਇਨਕਲਾਬੀ ਕਦਮ ਚੁੱਕੇ ਤੇ ਸਾਰੀ ਮਨੁੱਖਤਾ ਨੂੰ ਸਰਵ ਸਾਂਝੇ ਪਿਤਾ ਸ਼੍ਰੀ ਅਕਾਲ ਪੁਰਖ ਦੀ ਸੰਤਾਨ ਹੋਣ ਦਾ ਮਾਣ ਦੇਣ ਦੇ ਲਈ ਲੰਬਾ ਸੰਘਰਸ਼ ਕੀਤਾ। ਤੇ ਜਾਤ ਪਾਤ ਦੇ ਖਾਤਮੇ ਲਈ ਗੁਰੂ ਨਾਨਕ ਜੋਤ ਨੇ ਜੋ ਕੰਮ ਕੀਤੇ ਉਹ ਇੱਕ ਇੱਕ ਕਰਕੇ ਅਸੀਂ ਆਪ ਜੀ ਨਾਲ ਵਿਚਾਰ ਸਾਂਝੇ ਕਰਾਂਗੇ। ਸਭ ਤੋਂ ਪਹਿਲੀ ਗੱਲ ਕਿ ਬ੍ਰਾਹਮਣਵਾਦ ਨੇ ਹਰ ਕਿਰਤੀ ਨੂੰ ਸ਼ੂਦਰ ਸ਼੍ਰੇਣੀ ਵਿੱਚ ਸ਼ਾਮਲ ਕਰ ਦਿੱਤਾ ਸੀ, ਪਰ ਗੁਰੂ ਨਾਨਕ ਦੇਵ ਜੀ ਨੇ ਹਰ ਸਿੱਖ ਦੇ ਲਈ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ ਇਹ ਜ਼ਰੂਰੀ ਕਰਾਰ ਦਿੱਤਾ। ਭਾਰਤ ਦੇ ਮਹਾਂਪੁਰਸ਼ਾਂ ਨੇ ਕਿਹਾ ਸੀ ਕਿ ਜੇ ਮਾਂ ਨੇ ਬੱਚੇ ਨੂੰ ਜਨਮ ਦੇਣਾ ਹੈ, ਉਸ ਬੱਚੇ ਵਿੱਚ ਭਗਤ, ਦਾਤਾ ਜਾਂ ਸੂਰਮਾ ਕੋਈ ਇੱਕ ਗੁਣ ਹੋਣਾ ਚਾਹੀਦਾ ਹੈ। ਪਰ ਗੁਰੂ ਨਾਨਕ ਦੇਵ ਜੀ ਨੇ ਇਹ 3 ਸਿਧਾਂਤ ਦੇ ਕੇ ਹਰ ਸਿੱਖ ਨੂੰ 3 ਗੁਣਾਂ ਨਾਲ ਭਰਪੂਰ ਕਰ ਦਿੱਤਾ। ਕਿਰਤ ਕਰਨੀ ਸੂਰਮਿਆਂ ਤੇ ਬਹਾਦਰਾਂ ਦਾ ਕੰਮ ਹੈ, ਨਾਮ ਜਪਣਾ ਭਗਤਾਂ ਦਾ ਗੁਣ ਹੈ ਤੇ ਵੰਡ ਛਕਣਾ ਦਾਤੇ ਹੋਣ ਦਾ ਸੂਚਕ ਹੈ। ਇਸ ਲਈ ਗੁਰੂ ਨਾਨਕ ਪਾਤਸ਼ਾਹ ਨੇ ਹਰ ਸਿੱਖ ਨੂੰ ਜੋ ਕਿਰਤੀ ਸੀ ਉਹਨੂੰ
ਭਗਤ, ਦਾਤਾ ਤੇ ਸੂਰਮਾ, ਇਹ ਤਿੰਨਾਂ ਗੁਣਾਂ ਦਾ ਧਾਰਮੀ ਬਣਾ ਦਿੱਤਾ। ਧਰਮ ਦੇ ਨਾਮ ਤੇ ਬੇਲੜ ਲੋਕ ਜਿਨ੍ਹਾਂ ਨੇ ਧਰਮ ਨੂੰ ਧੰਦਾ ਬਣਾਇਆ ਹੋਇਆ ਸੀ, ਸਤਿਗੁਰੂ ਨੇ ਉਹਨਾਂ ਨੂੰ ਰੱਦ ਕਰਦੇ ਹੋਏ ਬਾਣੀ 'ਚ ਪ੍ਰਮਾਣ ਕੀਤਾ ਸੀ, ਗਿਆਨ ਵਿਹੂਣਾ ਗਾਵੇ ਗੀਤ, ਭੁੱਖੇ ਮੁੱਲਾਂ ਘਰੇ ਮਸੀਤ, ਮਖੱਟੂ ਹੋਏ ਕੇ ਕੰਨ ਪੜਾਏ, ਫਕਰ ਕਰੇ ਹੋਰ ਜਾਤ ਗਵਾਏ, ਗੁਰ ਪੀਰ ਸਦਾਏ ਮੰਗਣ ਜਾਏ, ਤਾਂਕੇ ਮੂਲ ਨਾ ਲੱਗੀਏ ਪਾਏ। ਜਦੋਂ ਪੁੱਛਿਆ ਸੀ ਕਿਸੇ ਨੇ ਸੱਚੇ ਪਾਤਸ਼ਾਹ ਫਿਰ ਕੀ ਕਰੀਏ, ਗੁਰੂ ਪਾਤਸ਼ਾਹ ਕਹਿਣ ਲੱਗੇ, ਘਾਲ ਖਾਏ ਕਿ ਛੱਤੋਂ ਦੇ, ਨਾਨਕ ਰਾਹ ਪਛਾਣੇ ਸੀ। ਇਸ ਲਈ ਕਿਰਤ ਕਰਨੀ ਪਹਿਲਾ ਸਿਧਾਂਤ ਦੇ ਕੇ ਇਹ ਸ਼ੂਦਰਾਂ ਨਾਲ ਸਭ ਤੋਂ ਵੱਡੀ ਹਮਦਰਦੀ ਗੁਰੂ ਨਾਨਕ ਪਾਤਸ਼ਾਹ ਨੇ ਪ੍ਰਗਟ ਕੀਤੀ। ਅਤੇ ਕਿਰਤੀ ਲੋਕਾਂ ਨੂੰ ਗੁਰੂ ਨਾਨਕ ਪਾਤਸ਼ਾਹ ਕਿੰਨਾ ਪਿਆਰ ਕਰਦੇ ਸਨ। ਬਾਬਰ ਬਾਣੀ ਦੇ ਵਿੱਚ ਸ਼ਬਦ ਜੋ ਭਾਈ ਲਾਲੋ ਜੀ ਨੂੰ ਸਮਰਪਿਤ ਕੀਤਾ ਗਿਆ, ਗੁਰੂ ਨਾਨਕ ਪਾਤਸ਼ਾਹ ਨੇ ਇੱਕੋ ਇੱਕ ਸਿੱਖ ਹੈ ਜਿਹਦਾ 7 ਨਾਮ 7 ਵਾਰ ਭਾਈ ਲਾਲੋ ਦਾ ਨਾਮ ਬਾਣੀ ਵਿੱਚ ਲਿਖ ਕੇ ਇਹ ਦੱਸ ਦਿੱਤਾ ਕਿ ਮੇਰਾ ਕਿਰਤੀਆਂ ਦੇ ਨਾਲ ਵਿਸ਼ੇਸ਼ ਪਿਆਰ ਹੈ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਇਸ ਲਈ ਗੁਰੂ ਨਾਨਕ ਪਾਤਸ਼ਾਹ ਨੇ ਕਿਰਤ ਦਾ ਸਿਧਾਂਤ ਦੇ ਕੇ ਸਾਰੀ ਮਾਨਵਤਾ ਨੂੰ ਬਰਾਬਰ ਦਾ ਦਰਜਾ ਦੇ ਦਿੱਤਾ, ਜਦ ਕਿ ਬ੍ਰਾਹਮਣ ਨੇ ਕਿਰਤੀ ਲੋਕਾਂ ਨੂੰ ਸ਼ੂਦਰਾਂ ਵਿੱਚ ਸੁੱਟਿਆ ਹੋਇਆ ਸੀ। ਤੇ ਦੂਜਾ ਸਿਧਾਂਤ ਗੁਰੂ ਨਾਨਕ ਪਾਤਸ਼ਾਹ ਸੰਗਤ ਤੇ ਪੰਗਤ ਦਾ ਸਿਧਾਂਤ। ਬ੍ਰਾਹਮਣਵਾਦ ਨੇ ਸ਼ੂਦਰਾਂ ਦੇ ਉੱਤੇ ਨਾਮ ਜਪਣ ਤੇ ਵੀ ਪਾਬੰਦੀ ਆਇਦ ਕੀਤੀ ਹੋਈ ਸੀ। ਉਹ ਕਿਸੇ ਮੰਦਰ ਵਿੱਚ ਸ਼ਾਮਲ ਨਹੀਂ ਹੋ ਸਕਦੇ ਸਨ। ਰੋਜ਼ਾਨਾ ਸਪੋਕਸਮੈਨ ਦੀ ਇੱਕ ਖਬਰ ਦੇ ਮੁਤਾਬਕ ਭਾਰਤ ਵਿੱਚ 77 ਧਾਰਮਿਕ ਸਥਾਨ ਅੱਜ ਵੀ ਐਸੇ ਹਨ ਜਿੱਥੇ ਸ਼ੂਦਰਾਂ ਦੇ ਦਾਖਲ ਹੋਣ ਤੇ ਪਾਬੰਦੀ ਲਾਈ ਗਈ ਹੈ। ਔਰ ਮੰਦਰ ਦੇ ਵਿੱਚ ਕੋਈ ਵੀ ਛੋਟਾ ਮੰਦਰ ਹੈ ਜਾਂ ਵੱਡਾ ਮੰਦਰ, ਉਹਦੇ ਵਿੱਚ ਰੱਖਿਆ ਹੋਇਆ ਇੱਕ ਦਰਵਾਜ਼ਾ ਇਹ ਗੱਲ ਸਾਬਤ ਕਰਦਾ ਹੈ ਕਿ ਇੱਥੇ ਕੇਵਲ ਤੇ ਕੇਵਲ ਵੱਡੀ ਜਾਤ ਦੇ ਬੰਦੇ ਨੂੰ ਹੀ ਮੰਦਰ ਵਿੱਚ ਆਉਣ ਦੀ ਇਜਾਜ਼ਤ ਹੈ। ਤੇ ਮੰਦਰ ਦੇ ਵਿੱਚ ਦੂਜੇ ਦੇ ਬੈਠਣ ਲਈ ਥਾਂ ਹੀ ਕੋਈ ਨਹੀਂ, ਕਿਉਂਕਿ ਉੱਥੇ ਪੁਜਾਰੀ ਅਤੇ ਮੂਰਤੀ ਜੋਗੀ ਥਾਂ ਹੀ ਰੱਖੀ ਗਈ ਹੈ। ਇਸ ਤਰ੍ਹਾਂ ਦੇ ਹੋਰ ਧਰਮ ਵੀ, ਜਿਨ੍ਹਾਂ ਵਿੱਚ ਬੁੱਧ ਧਰਮ, ਜੈਨ ਧਰਮ ਤੇ ਹਿੰਦੂ ਧਰਮ ਸਿਧਾਂਤਕ ਤੌਰ ਤੇ ਵਿਅਕਤੀਗਤ ਧਰਮ ਨੂੰ ਮਾਨਤਾ ਦਿੰਦਾ ਹੈ, ਪਰ ਗੁਰੂ ਨਾਨਕ ਜੀ ਨੇ ਵਿਅਕਤੀਗਤ ਧਰਮ ਦੀ ਥਾਂ ਤੇ ਸੰਗਤੀ ਧਰਮ ਨੂੰ ਮਾਨਤਾ ਦਿੱਤੀ ਤੇ ਗੁਰਮਤਿ ਸਿਧਾਂਤਾਂ ਦੇ ਮੁਤਾਬਕ ਮਿਲ ਸਤ ਸੰਗਤ ਖੋਜ ਦਸਾਈ, ਵਿੱਚ ਸੰਗਤ ਹਰ ਪ੍ਰਭ ਵਸੇ ਜਿਉ। ਜਾਂ ਬਾਬਾ ਰਵਿਦਾਸ ਜੀ ਦੇ ਪਾਵਨ ਸ਼ਬਦ, ਸਾਧ ਸੰਗਤ ਬਿਨ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਾ ਹੋਏ ਤੇਰੀ, ਕਹਿ ਰਵਿਦਾਸ ਬੇਨਤੀ ਹਰ ਸਿਉ, ਪੈਜ ਰੱਖੋ ਰਾਜਾ ਰਾਮ ਮੋਰੀ। ਸੋ ਸੰਗਤ ਵਿੱਚ ਆਉਣ ਵਾਲਾ ਹਰ ਮਨੁੱਖ, ਉਹ ਭਾਵੇਂ ਕਿਸੇ ਜਾਤ ਦਾ ਹੋਵੇ, ਕਿਸੇ ਸ਼ਕਲ ਦਾ ਹੋਵੇ, ਕਿਸ ਲਈ ਸੂਰਤ ਦਾ ਹੋਵੇ, ਗਰੀਬ ਹੋਵੇ ਅਮੀਰ ਹੋਵੇ, ਉਹ ਪਰਮੇਸ਼ਰ ਰੂਪ ਹੋ ਜਾਂਦਾ ਹੈ, ਉਹ ਗੁਰੂ ਦਾ ਰੂਪ ਹੋ ਜਾਂਦਾ ਹੈ। ਇਹ ਸਿਧਾਂਤ ਕੇਵਲ ਤੇ ਕੇਵਲ ਸਿੱਖ ਸਿਧਾਂਤਾਂ ਵਿੱਚ ਹੀ ਸਤ ਸੰਗਤ ਨੂੰ ਮਾਨਤਾ ਦੇ ਕੇ ਕੀਤਾ ਗਿਆ। ਔਰ ਦੂਜੇ ਨੰਬਰ ਤੇ ਜਾਤ ਪਾਤ ਦੇ ਖਾਤਮੇ ਲਈ ਲੰਗਰ ਜਾਂ ਪੰਗਤ ਦੀ ਜੋ ਮਹੱਤਤਾ ਹੈ, ਉਹ ਪੰਥ ਪ੍ਰਵਾਨ ਸਿੱਖ ਰਹਿਤ ਮਰਜ਼ਾਦਾ ਦੇ 26 ਪੰਨੇ ਉੱਤੇ ਸੇਵਾ ਸਿਰਲੇਖ ਹੇਠ ਲਿਖੀ ਹੋਈ ਹੈ ਕਿ ਗੁਰੂ ਕੇ ਲੰਗਰ ਦੇ 2 ਭਾਵ ਹਨ, ਇੱਕ ਸਿੱਖਾਂ ਨੂੰ ਸੇਵਾ ਸਿਖਾਉਣਾ ਤੇ ਦੂਜੇ ਊਚ ਨੀਚ ਜਾਤ ਪਾਤ ਤੇ ਛੂਤ ਛਾਤ ਦਾ ਭਰਮ ਮਿਟਾਉਣਾ। ਲੰਗਰ ਵਿੱਚ ਬੈਠ ਕੇ ਬਿਨਾਂ ਵਿਤਕਰੇ ਤੋਂ ਹਰ ਪ੍ਰਾਣੀ ਪ੍ਰਸ਼ਾਦਾ ਛਕ ਸਕਦਾ ਹੈ, ਜਦਕਿ ਬ੍ਰਾਹਮਣੀ ਵੰਡ ਅਨੁਸਾਰ ਸ਼ੂਦਰਾਂ ਨੂੰ ਲੰਗਰ ਜਾਂ ਪੰਗਤ ਵਰਗੀ ਕੋਈ ਚੀਜ਼ ਨਹੀਂ ਦਿੱਤੀ ਗਈ, ਬਲਕਿ ਉਹ ਤਾਂ ਜੇ ਕਿਸੇ ਆਮ ਵਿਅਕਤੀ ਦੇ ਘਰ ਵੀ ਜਾਂਦਾ ਹੈ ਤੇ ਉਹਨੂੰ ਕਿਸੇ ਖਾਸ ਨਿਯਮਾਂ ਦੇ ਵਿੱਚ ਰਹਿ ਕੇ ਹੀ ਉੱਚੀ ਥਾਂ ਤੋਂ ਪਾਣੀ ਸੁੱਟਿਆ ਜਾਂਦਾ ਸੀ, ਉੱਚੀ ਥਾਂ ਤੋਂ ਖਾਣਾ ਦਿੱਤਾ ਜਾਂਦਾ ਸੀ। ਪਰ ਗੁਰੂ ਨਾਨਕ ਪਾਤਸ਼ਾਹ ਨੇ ਸੰਗਤ ਤੇ ਪੰਗਤ ਦਾ ਸਿਧਾਂਤ ਦੇ ਕੇ ਜਾਤ ਪਾਤ ਵਾਲੀ ਵਿਚਾਰਧਾਰਾ ਨੂੰ ਮੂਲੋਂ ਹੀ ਰੱਦ ਕਰ ਦਿੱਤਾ। ਪਰ ਤੀਜੇ ਨੰਬਰ ਤੇ ਅੱਜ ਬੜੀ ਛੋਟੀ ਜਿਹੀ ਗੱਲ ਲੱਗਦੀ ਹੈ ਕੜਾਹ ਪ੍ਰਸ਼ਾਦ ਦੀ, ਪਰ ਜੇ ਕਿਤੇ ਦੇਖਿਆ ਜਾਵੇ ਤਾਂ ਇਹ ਪਤਾ ਲੱਗਦਾ ਜਾਤ ਮਾਨੀ ਪੁਜਾਰੀ ਆਪਣੇ ਜਜਮਾਨਾਂ ਪਾਸੋਂ ਸੂਕਾ ਸੀਧਾ ਭਾਵ ਕਰਿਆਨਾ ਆਦਿਕ ਤਾਂ ਖੁਸ਼ੀ ਪ੍ਰਾਪਤ ਕਰ ਲੈਂਦਾ ਸੀ, ਪਰ ਸ਼ੂਦਰ ਦੇ ਹੱਥ ਦਾ ਬਣਿਆ ਹੋਇਆ ਭੋਜਨ ਖਾਣ ਨੂੰ ਉਹ ਬਹੁਤ ਯਰਕਦਾ ਸੀ। ਪਰ ਗੁਰੂ ਨਾਨਕ ਦੇਵ ਜੀ ਨੇ ਜਾਤ ਪਾਤ ਦੇ ਖਾਤਮੇ ਲਈ ਹਰ ਸਿੱਖ ਨੂੰ ਆਪਣੇ ਘਰ ਤੋਂ ਹੀ ਕੜਾਹ ਪ੍ਰਸ਼ਾਦ ਤਿਆਰ ਕਰਕੇ ਗੁਰੂ ਦਰਬਾਰ ਵਿੱਚ ਲਿਆਉਣ ਦਾ ਹੁਕਮ ਕੀਤਾ। ਘਰ ਤੋਂ ਲਿਆਂਦੀ ਹੋਈ ਇਹ ਦੇਗ ਧਰਮਸ਼ਾਲ ਦੇ ਇੱਕ ਵੱਡੇ ਬਰਤਨ ਵਿੱਚ ਜਮ੍ਹਾਂ ਕੀਤੀ ਜਾਂਦੀ, ਭਾਵ ਉੱਥੇ ਪਾਈ ਜਾਂਦੇ, ਔਰ ਦੀਵਾਨ ਦੀ ਸਮਾਪਤੀ ਉਪਰੰਤ
ਵੰਡ ਕੇ ਛਕਣ ਦੀ ਮਰਜ਼ਾਦਾ ਚਾਲੂ ਕੀਤੀ ਗਈ, ਜੋ ਜਾਤ ਪਾਤ ਦੇ ਖਾਤਮੇ ਲਈ ਇੱਕ ਬਹੁਤ ਵੱਡਾ ਇਨਕਲਾਬੀ ਕਦਮ ਸੀ। ਇਹ ਗੱਲ ਯਾਦ ਰੱਖਣੀ, ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸਾਂ ਤੇ ਦੇਗ ਘਰ ਤੋਂ ਬਣਾ ਕੇ ਗੁਰਦੁਆਰਿਆਂ ਵਿੱਚ ਲਿਜਾਈ ਜਾਂਦੀ ਸੀ। ਕੀਰਤਪੁਰ ਸਾਹਿਬ ਹਰ ਸੰਗਰਾਂਦ ਤੇ ਜਾਣਾ ਤੇ ਲੋਕਾਂ ਨੇ ਖਾਲੀ ਡੱਬੇ ਘਰ ਤੋਂ ਲਿਆਣੇ। ਰਸਤੇ ਵਿੱਚ ਇੱਕ ਹਲਵਾਈ ਦੀ ਦੁਕਾਨ ਹੁੰਦੀ ਸੀ, ਮੋਨਾ ਹਲਵਾਈ। ਨੰਗੇ ਸਿਰ ਕੜਾਹ ਪ੍ਰਸ਼ਾਦ ਦੀ ਦੇਗ ਉਹ ਨੰਗੀ ਹੋਈ ਰੱਖੀ ਹੁੰਦੀ ਸੀ ਤੇ ਲੋਕਾਂ ਨੇ 5 ਰੁਪਏ, ਸਵਾ ਰੁਪਇਆ, 2.5 ਰੁਪਏ ਦੀ ਦੇਗ ਉਸ ਤੋਂ ਲੈ ਕੇ ਜਾਣਾ। ਉਦੋਂ ਪੰਥ ਦੀ ਸੁਪਰੀਮ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਕਿ ਕੜਾਹ ਪ੍ਰਸ਼ਾਦ ਦੀ ਮਰਜ਼ਾਦਾ ਕਾਇਮ ਨਹੀਂ ਰੱਖੀ ਜਾ ਰਹੀ, ਇਸ ਲਈ ਗੁਰਦੁਆਰਿਆਂ ਵਿੱਚ ਹੀ ਦੇਗ ਦੀ ਵਰਤੋਂ ਕੀਤੀ ਜਾਵੇ ਔਰ ਦੇਗ ਸੰਗਤਾਂ ਦੀ ਲੋੜ ਪੂਰੀ ਕੀਤੀ ਜਾਵੇ। ਸੋ ਇਹ ਪਿਛਲੇ 30-40 ਸਾਲ ਤੋਂ ਜੋ ਗੁਰਦੁਆਰਿਆਂ ਵਿੱਚ ਹੀ ਦੇਗ ਦਾ ਪ੍ਰਬੰਧ ਕੀਤਾ ਗਿਆ। ਪਹਿਲਾਂ ਪਹਿਲ ਆਪਣੇ ਘਰ ਤੋਂ ਲਿਆ ਕੇ ਸੰਗਤਾਂ ਗੁਰਦੁਆਰਿਆਂ ਦੇ ਵਿੱਚ ਦੇਗ ਭੇਟ ਕਰਦੀਆਂ ਤੇ ਬਾਅਦ ਵਿੱਚ ਸਾਰੇ ਹੀ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਉਹ ਸਾਂਝੀ ਦੇਗ ਦਾ ਲੰਗਰ ਜੋ ਹੁੰਦਾ ਦੇਗ ਉਹ ਤਿਆਰ ਆਪਣੇ ਕੜਾਹ ਪ੍ਰਸ਼ਾਦ ਦੇ ਰੂਪ ਵਿੱਚ, ਪ੍ਰਸ਼ਾਦ ਦੇ ਰੂਪ ਵਿੱਚ ਵੰਡੀ ਜਾਂਦੀ। ਸੋ ਜਾਤ ਪਾਤ ਦੇ ਇਸ ਮਜ਼ਬੂਤ ਵਿਚਾਰਾਂ ਨੂੰ ਸੱਚੇ ਪਾਤਸ਼ਾਹ ਨੇ ਕੜਾਹ ਪ੍ਰਸ਼ਾਦ ਦੀ ਦੇਗ ਦੁਆਰਾ ਨੇਸ਼ ਤੋਂ ਨਾਬੂਦ ਕਰਕੇ ਰੱਖ ਦਿੱਤਾ ਸੀ। ਗੁਰੂ ਨਾਨਕ ਪਾਤਸ਼ਾਹ ਨੇ ਪ੍ਰੈਕਟੀਕਲ ਜੀਵਨ ਦੇ ਵਿੱਚ ਗਰੀਬਾਂ ਨੂੰ, ਹਰ ਮਨੁੱਖ ਨੂੰ ਬਰਾਬਰ ਦਾ ਦਰਜਾ ਦਿੱਤਾ, ਕਿਉਂਕਿ ਬ੍ਰਾਹਮਣਵਾਦ ਸ਼ੂਦਰਾਂ ਦੇ ਪਰਛਾਵੇਂ ਤੋਂ ਵੀ ਭੈ ਖਾਂਦਾ ਸੀ। ਪਰ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਦੌਰਾਨ ਜਿੱਥੇ ਭਾਈ ਮਰਦਾਨਾ ਜੀ ਨੂੰ ਆਪਣਾ ਸਾਥੀ ਬਣਾਇਆ, ਉੱਥੇ ਦੂਜੀ ਉਦਾਸੀ ਵੇਲੇ ਜਨਮ ਸਾਖੀ ਅਨੁਸਾਰ ਭਾਈ ਹੰਸੂ ਲੋਹਾਰ ਤੇ ਭਾਈ ਸੀਹਾ ਸ਼ੀਂਬਾ ਜੀ ਦਾ ਨਾਮ ਵੀ ਗੁਰੂ ਨਾਨਕ ਪਾਤਸ਼ਾਹ ਦੇ ਸਾਥੀਆਂ ਵਿੱਚ ਆਉਂਦਾ ਹੈ। ਪਰ ਜਦੋਂ ਸਮੇਰ ਪਰਬਤ ਤੇ ਜਾਂਦੇ ਨੇ, ਭਾਵੇਂ ਬਾਕੀ ਸਰੋਤਾਂ ਨੇ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ, ਪਰ ਭਾਈ ਗੁਰਦਾਸ ਜੀ ਦਾ ਇੱਕ ਇਸ਼ਾਰਾ ਜ਼ਰੂਰ ਮਿਲਦਾ ਹੈ, ਜਿਹਦੇ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਨੇ, ਸਿੱਧਾਂ ਨੇ ਹੈਰਾਨ ਹੋ ਕੇ ਗੁਰੂ ਨਾਨਕ ਪਾਤਸ਼ਾਹ ਤੇ ਅਨੇਕਾਂ ਸਵਾਲ ਕੀਤੇ ਹਨ। ਉਹਨਾਂ ਸਵਾਲਾਂ ਦੇ ਵਿੱਚ ਇੱਕ ਸਵਾਲ ਦਾ ਉੱਤਰ ਦਿੰਦੇ ਹੋਏ ਗੁਰੂ ਨਾਨਕ ਪਾਤਸ਼ਾਹ ਨੇ ਜੋ ਆਖਿਆ ਉਹ ਇਸ਼ਾਰਾ ਸੀ, ਆਖਣ ਸਿੱਧ ਸੁਣ ਬਾਲਿਆ, ਆਪਣਾ ਨਾਮ ਤੁਮ ਦਿਓ ਬਤਾਈ। ਬਾਬਾ ਆਖੇ ਨਾਥ ਜੀ, ਨਾਨਕ ਨਾਮ ਜਪਿਆ ਗਤ ਪਾਈ। ਇਹ ਬਾਬਾ ਜੀ, ਨਾਂ ਤਾਂ ਮੇਰਾ ਨਾਨਕ ਹੈ, ਪਰ ਪ੍ਰਮਾਤਮਾ ਦਾ ਨਾਮ ਜਪ ਕੇ ਮੈਂ ਇਸ ਉੱਚੀ ਆਤਮਿਕ ਅਵਸਥਾ ਨੂੰ ਪ੍ਰਾਪਤ ਹੋਇਆ ਹਾਂ। ਤੇ ਤੀਜੀ ਲਾਈਨ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਗੱਲ ਆਖੀ, ਨੀਚ ਕਹਾਏ ਊਚ ਕਰ ਰਿਆਈ। ਜਦੋਂ ਉਹਨਾਂ ਨੇ ਇਹਨਾਂ ਸਾਥੀਆਂ ਵੱਲ ਪੁੱਛਿਆ ਸੀ ਇਹ ਕੌਣ ਹਨ, ਤਾਂ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਸੀ, ਇਹ ਮੇਰੇ ਭਰਾ ਹਨ। ਤੀਜੀ ਲਾਈਨ, ਨੀਚ ਕਹਾਏ ਊਚ ਕਰ ਆਈ। ਗੁਰੂ ਨਾਨਕ ਪਾਤਸ਼ਾਹ ਜਵਾਬ ਦਿੰਦੇ ਨੇ, ਇਹ ਨਾਥ ਜੀ, ਮੈਂ ਭਾਵੇਂ ਉੱਚੀ ਕੁਲ ਖੱਤਰੀਆਂ ਦੇ ਘਰ ਵਿੱਚ ਪੈਦਾ ਹੋਇਆ ਹਾਂ, ਪਰ ਨੀਚ ਕਹਾਏ, ਆਪਣੇ ਆਪ ਨੂੰ ਨੀਚ ਕਹਾਉਣ ਵਾਲਿਆਂ ਦਾ ਸਾਥੀ ਹਾਂ। ਮੈਂ ਨੀਚਾਂ ਦਾ ਹੀ ਦੋਸਤ ਹਾਂ, ਮਦਦਗਾਰ ਹਾਂ, ਇਸ ਲਈ ਇਹ ਮੇਰੇ ਸਾਥੀ ਹਨ। ਗੁਰੂ ਨਾਨਕ ਪਾਤਸ਼ਾਹ ਦਾ ਇਹ ਇਸ਼ਾਰਾ ਇਸ ਗੱਲ ਦਾ ਸੂਚਕ ਹੈ ਕਿ ਜ਼ਰੂਰ ਭਾਈ ਮਰਦਾਨਾ ਜੀ, ਜੇ ਉਹ ਨਾਲ ਹੋਏ, ਉਹਨਾਂ ਬਾਰੇ ਪੁੱਛਿਆ ਹੋਵੇਗਾ ਕਿ ਨੀਚ ਕੌਣ ਨੇ। ਇਸੇ ਤਰ੍ਹਾਂ ਬਟਾਲੇ ਦੀ ਕੰਧ ਇੱਕ ਬਹੁਤ ਅਹਿਮ ਇਤਿਹਾਸ ਆਪਣੇ ਵਿੱਚ ਲੁਕੋਈ ਬੈਠੀ ਹੈ। ਗੁਰੂ ਨਾਨਕ ਦੇਵ ਜੀ ਦੇ ਆਨੰਦ ਕਾਰਜ ਦੀ ਯਾਦ ਵਿੱਚ ਬਟਾਲਾ ਵਿਖੇ ਗੁਰਦੁਆਰਾ ਕੰਧ ਸਾਹਿਬ ਦਾ ਇਤਿਹਾਸ ਵੀ ਜਾਤ ਪਾਤ ਦੇ ਖਾਤਮੇ ਦੀ ਇੱਕ ਅਨੋਖੀ ਦਾਸਤਾਨ ਹੈ। ਜਾਤ ਮਾਨੀ ਲੋਕਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਕੰਧ ਥੱਲੇ ਦੱਬ ਕੇ ਸ਼ਹੀਦ ਕਰਨ ਦਾ ਪ੍ਰੋਗਰਾਮ ਹੀ ਬਣਾ ਲਿਆ ਸੀ। ਇਸ ਦੇ ਹੇਠ ਲਿਖੇ 3 ਕਾਰਨ ਸਨ। ਪਹਿਲੇ ਨੰਬਰ ਤੇ ਆਨੰਦ ਕਾਰਜ ਸਮੇਂ ਗੁਰੂ ਜੀ ਨੇ ਪੁਰਾਤਨ ਮਰਜ਼ਾਦਾ ਨੂੰ ਰੱਦ ਕਰਕੇ ਅਗਨੀ ਦੇਵਤੇ ਦੀਆਂ ਪ੍ਰਕਰਮਾਂ ਦੀ ਥਾਂ ਮੂਲ ਮੰਤਰ ਦਾ ਪਾਠ ਲਿਖ ਕੇ ਉਸ ਦੀਆਂ 4 ਪ੍ਰਕਰਮਾਂ ਕਰਕੇ ਆਪਣਾ ਵਿਆਹ ਕਰਵਾਇਆ ਅਤੇ ਸਿੱਖ ਧਰਮ ਦੀ ਆਨੰਦ ਕਾਰਜ ਦੀ ਮਰਜ਼ਾਦਾ ਨੂੰ ਸ਼ੁਰੂ ਕਰਕੇ ਖਾਲਸੇ ਦਾ ਨਿਆਰਾਪਣ ਕਾਇਮ ਕਰ ਦਿੱਤਾ ਸੀ। ਦੂਜੀ ਜੋ ਘਟਨਾ ਹੈ ਉਹ ਜਨਮ ਸਾਖੀ ਅਨੁਸਾਰ ਗੁਰੂ ਜੀ ਆਪਣੀ ਬਰਾਤ ਵਿੱਚ ਸਾਰਾ ਸੰਤਾਂ ਨੂੰ ਇਕੱਠੇ ਕਰਕੇ ਲੈ ਗਏ ਸਨ। ਜਦਕਿ ਇਹ ਗੱਲ ਗੁਰੂ ਜੀ ਦੀ ਬਾਣੀ ਤੇ ਪੂਰੀ ਨਹੀਂ ਉਤਰਦੀ, ਕਿਉਂਕਿ ਹੁਣੇ ਅਸੀਂ ਪ੍ਰਮਾਣ ਸੁਣਿਆ ਸੀ, ਗੁਰੂ ਪੀਰ ਸਦਾਏ ਮੰਗਣ ਜਾਏ, ਤਾਂ ਕਿ ਮੂਲ ਨਾ ਲੱਗੀਏ ਪਾਏ। ਕਿਉਂਕਿ ਬੇਲੜ ਸਾਧਾ ਸੰਤਾਂ ਨੂੰ, ਜਿਨ੍ਹਾਂ ਨੇ ਧਰਮ ਨੂੰ ਆਪਣਾ ਧੰਦਾ ਬਣਾ ਲਿਆ ਸੀ, ਗੁਰੂ ਨਾਨਕ ਪਾਤਸ਼ਾਹ ਨੇ ਕੋਈ ਮਾਨਤਾ ਨਹੀਂ ਦਿੱਤੀ। ਅਸਲੀਅਤ ਕੀ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਹਜ਼ਾਰਾਂ ਸਿੱਖ ਛੋਟੀਆਂ ਜਾਤਾਂ ਵਿੱਚੋਂ ਬਣ ਚੁੱਕੇ ਸਨ, ਉਹਨਾਂ ਦੀ ਗਿਣਤੀ ਜ਼ਿਆਦਾ ਸੀ। ਸੋ ਗੁਰੂ ਜੀ ਦੀ ਬਰਾਤ ਵਿੱਚ ਸ਼ਾਮਲ ਹੋਏ ਤੇ ਜਾਤ ਅਵਾਨੀ ਲੋਕ ਇਸ ਗੱਲ ਤੋਂ ਬਹੁਤ ਖਫਾ ਹੋਏ ਸਨ। ਨਹੀਂ ਤਾਂ ਕਿਹੜਾ ਸਹੁਰਾ ਹੈ ਜੋ
ਜਾਤ ਮਾਨੀ ਲੋਕਾਂ ਨਾਲ ਮਿਲ ਕੇ ਆਪਣੇ ਨਵ ਵਿਆਹੇ ਜਵਾਈ ਦਾ ਹੀ ਖਾਤਮਾ ਕਰਕੇ ਆਪਣੀ ਧੀ ਨੂੰ ਰੰਡੀ ਕਰਨ ਦੀ ਸੋਚ ਲਵੇ, ਕਿਉਂਕਿ ਕੱਲਾ ਪੁਜਾਰੀ ਉਸ ਵੇਲੇ ਕੁਝ ਨਹੀਂ ਕਰ ਸਕਦਾ ਸੀ। ਉਹ ਤਾਂ ਧੀ ਵਾਲਿਆਂ ਦੇ ਸਹਿਯੋਗ ਨਾਲ ਹੀ ਕਿਸੇ ਦੇ ਪੁੱਤ ਨੂੰ ਮਰਾਇਆ ਜਾ ਸਕਦਾ ਸੀ। ਪਰ ਗੁਰੂ ਨਾਨਕ ਪਾਤਸ਼ਾਹ ਨੂੰ ਕੌਣ ਖਤਮ ਕਰ ਸਕਦਾ ਸੀ? ਅੱਜ ਤੱਕ 550 ਸਾਲ ਤੋਂ ਸਿੰਘ ਬੁੱਕੇ ਮਿਰਗਾਵਲੀ ਪੰਨੀ ਜਾਏ ਨਾ ਤੀਰਥ ਦੀ ਮਿਸਾਲ ਅੱਜ ਵੀ ਸਾਡੇ ਸਾਹਮਣੇ ਹੈ। ਔਰ ਤੀਜੀ ਉਦਾਹਰਨ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਨੇ 54 ਸਾਲ ਦੋਸਤੀ ਨਿਭਾਈ। ਗੁਰੂ ਮਹਾਰਾਜ ਨੇ ਭਾਈ ਸਾਹਿਬ ਨੂੰ ਆਪਣਾ ਭਰਾ ਜਾਂ ਆਪਣਾ ਭਾਈ ਕਿਹਾ ਹੀ ਨਹੀਂ, ਬਲਕਿ ਸਰਦਾਰ ਸੁਖਪ੍ਰੀਤ ਸਿੰਘ ਜੀ ਉਦੋਪੇ ਦੇ ਮੁਤਾਬਕ ਗੁਰੂ ਨਾਨਕ ਦੇਵ ਜੀ ਨੇ ਆਪਣੇ ਵਿਆਹ ਸਮੇਂ ਆਪਣੀ ਸਕੀ ਮਾਸੀ ਦੇ ਪੁੱਤਰ ਬਾਬਾ ਰਾਮ ਥੰਮਣ ਜੀ ਦੇ ਥਾਂ ਭਾਈ ਮਰਦਾਨਾ ਜੀ ਨੂੰ ਆਪਣਾ ਸਰਵਾਲਾ ਬਣਾਇਆ। ਇਹ ਬੜੀ ਇਨਕਲਾਬੀ ਗੱਲ ਸੀ ਕਿ ਸਕੀ ਮਾਸੀ ਦਾ ਪੁੱਤਰ ਕੋਲ ਹੋਵੇ, ਪਰ ਆਪਣਾ ਸਰਵਾਲਾ ਜਿਹੜਾ ਹੈ, ਸਰਵਾਲਾ ਹੁੰਦਾ ਲਾੜੇ ਦੇ ਨਾਲ ਇੱਕ ਹੋਰ ਕਲਗੀ ਸਜਾ ਕੇ, ਵਧੀਆ ਕੱਪੜੇ ਪਾ ਕੇ ਔਰ ਗਲ ਦੇ ਵਿੱਚ ਹਾਰ ਪਾ ਕੇ ਬਿਠਾਇਆ ਹੁੰਦਾ, ਉਹਦੇ ਕੋਲ ਵੀ ਕਿਰਪਾਨ ਫੜਾਈ ਹੁੰਦੀ। ਅੱਜ ਤਾਂ ਛੋਟੇ ਛੋਟੇ ਬੱਚਿਆਂ ਨੂੰ ਸਰਵਾਲਾ ਬਣਾ ਲੈਂਦੇ। ਉਸ ਵੇਲੇ ਇਸ ਗੱਲ ਦੀ ਵਿਸ਼ੇਸ਼ ਮਹੱਤਤਾ ਸੀ, ਉਹ ਕਿਸੇ ਵੇਲੇ ਫਿਰ ਬਿਆਨ ਕਰਾਂਗਾ। ਤੇ ਇਹ 3 ਕਾਰਨ ਸਨ ਕਿ ਗੁਰੂ ਨਾਨਕ ਦੇਵ ਜੀ ਨੇ ਸ਼ੂਦਰਾਂ ਨੂੰ, ਦਲਿਤ ਭਾਈਚਾਰੇ ਨੂੰ ਇਤਨਾ ਵੱਡਾ ਮਾਣ ਦਿੱਤਾ ਕਿ ਭਾਈ ਕਿਹਾ ਹੀ ਨਹੀਂ, ਬਲਕਿ ਆਪਣੇ ਜੀਵਨ ਦੇ ਕਰਮ ਧਰਮਾਂ ਵੇਲੇ ਪੂਰਾ ਉਹਨਾਂ ਨੂੰ ਮਾਣ ਸਨਮਾਨ ਵੀ ਦਿੱਤਾ। ਔਰ ਇਹੋ ਕਾਰਨ ਸੀ ਕਿ ਜਾਤ ਮਾਨੀ ਲੋਕ ਗੁਰੂ ਨਾਨਕ ਪਾਤਸ਼ਾਹ ਨੂੰ ਉਸ ਵੇਲੇ ਹੀ ਸ਼ਹੀਦ ਕਰਨ ਦੇ ਲਈ ਕੰਧ ਥੱਲੇ ਦਬ ਕੇ ਸ਼ਹੀਦ ਕਰਨ ਲਈ ਤਿਆਰ ਹੋ ਗਏ। ਪਰ ਭਾਈ ਗੁਰਦਾਸ ਜੀ ਦਾ ਕਥਨ ਸਤਿਗੁਰ ਅਗੰਮ ਅਗਾਧ ਪੁਰਖ ਕਿਹੜਾ ਝੱਲੇ ਗੁਰੂ ਕੀ ਝਾਲਾ, ਗੁਰੂ ਨਾਨਕ ਪਾਤਸ਼ਾਹ ਦੀ ਬਰਾਬਰੀ ਕੌਣ ਕਰ ਸਕਦਾ ਸੀ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਚਾਰਕਾਂ ਵਿੱਚੋਂ ਭਾਈ ਅਧਰਕਾ ਜੀ ਦਾ ਵਿਸ਼ੇਸ਼ ਵਰਣਨ ਕਰਨਾ ਚਾਹੁੰਦਾ ਹਾਂ। ਚਮਕੌਰ ਦੀ ਗੜੀ ਦੇ ਸ਼ਹੀਦ ਬਾਬਾ ਸੰਗਤ ਸਿੰਘ ਜੀ ਦੇ ਖਾਨਦਾਨ ਵਿੱਚੋਂ ਬਜ਼ੁਰਗ ਜੋ ਸਭ ਤੋਂ ਪਹਿਲੇ ਸਿੱਖ ਬਣੇ, ਉਹ ਭਾਈ ਅਧਰਕਾ ਜੀ ਨੂੰ 100 ਸ਼ੂਦਰ ਗੁਲਾਮਾਂ ਸਮੇਤ ਪਟਨਾ ਸ਼ਹਿਰ ਦੇ ਜ਼ੌਹਰੀ ਸਾਲਸਰਾਏ ਤੋਂ ਆਜ਼ਾਦ ਗੁਰੂ ਨਾਨਕ ਪਾਤਸ਼ਾਹ ਨੇ ਕਰਾਇਆ। ਪੂਰੇ 100 ਗੁਲਾਮ ਸੀ ਜਿਨ੍ਹਾਂ ਨੂੰ ਆਜ਼ਾਦ ਕਰਾਇਆ। ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਸ਼ਰਨ ਵਿੱਚ ਆਪਣੀ ਗਲਤੀ ਦਾ ਅਹਿਸਾਸ ਕਰਨ ਲਈ ਮੁਆਫੀ ਮੰਗਣ ਲੱਗਾ, ਤਾਂ ਗੁਰੂ ਜੀ ਨੇ ਜੌਹਰੀ ਨੂੰ ਕਿਹਾ ਸੀ ਕਿ ਸਾਲਸਰਾਏ ਭਾਈ ਅਧਰਕਾ ਜੀ ਨਾਲ ਜੋ ਤੁਸੀਂ ਧੱਕਾ ਕੀਤਾ ਹੈ, ਇਹਦੇ ਪੈਰਾਂ ਦੇ ਉੱਤੇ ਮੱਥਾ ਟੇਕੋ। ਕਹਿੰਦੇ ਨੇ ਉਸ ਵੇਲੇ ਉਹ ਕਹਿਣ ਲੱਗਾ, ਸੱਚੇ ਪਾਤਸ਼ਾਹ ਇਹ ਛੋਟੀ ਜਾਤ ਦਾ, ਇਹ ਮੇਰਾ ਨੌਕਰ ਰਿਹਾ, ਤੁਸੀਂ ਕੀ ਕਹਿ ਰਹੇ ਹੋ? ਤੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ, ਜੇ ਅਕਾਲ ਪੁਰਖ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਨੀਆਂ ਨੇ ਤੇ ਸਿੱਖੀ ਵਿੱਚ ਪ੍ਰਵੇਸ਼ ਕਰਨਾ ਹੈ ਤਾਂ ਤੈਨੂੰ ਹੁਕਮ ਮੰਨਣਾ ਪਵੇਗਾ। ਅੰਤ ਜਾ ਸਾਲਸਰਾਏ ਜੌਹਰੀ ਨੇ ਭਾਈ ਅਧਰਕਾ ਜੀ ਦੇ ਪੈਰਾਂ ਤੇ ਮੱਥਾ ਟੇਕਿਆ ਔਰ ਗੁਰੂ ਨਾਨਕ ਪਾਤਸ਼ਾਹ ਨੇ ਉਹਨੂੰ ਸਿੱਖੀ ਵਿੱਚ ਦਾਖਲ ਕਰ ਲਿਆ, ਸਿੱਖੀ ਵਿੱਚ ਉਹਨੂੰ ਇਜਾਜ਼ਤ ਦੇ ਦਿੱਤੀ। ਔਰ ਸਾਲਸਰਾਏ ਨੂੰ ਪਟਨਾ ਸਾਹਿਬ ਦਾ ਪ੍ਰਚਾਰਕ ਨਿਯੁਕਤ ਕਰਕੇ ਨਾਲ ਹੀ ਇਹ ਅਧਿਕਾਰ ਦੇ ਦਿੱਤਾ ਕਿ ਜਦੋਂ ਤੱਕ ਸਾਲਸਰਾਏ ਜਿਉਂਦਾ ਹੈ ਇਹ ਪ੍ਰਚਾਰਕ ਦੀ ਡਿਊਟੀ ਨਿਭਾਏਗਾ ਇਸ ਬਿਹਾਰ ਦੇ ਇਲਾਕੇ ਦੇ ਵਿੱਚ। ਉਸ ਤੋਂ ਬਾਅਦ ਭਾਈ ਸਾਹਿਬ ਭਾਈ ਅਧਰਕਾ ਜੀ ਨੂੰ ਉੱਥੋਂ ਦਾ ਪ੍ਰਚਾਰਕ ਨਿਯੁਕਤ ਕੀਤਾ ਜੋ ਸ਼ੂਦਰ ਜਾਤੀ ਵਿੱਚੋਂ ਸੀ। ਆਪ ਅਨੁਮਾਨ ਲਾ ਲਓ ਸਾਧ ਸੰਗਤ, ਇਹ ਕਿੰਨਾ ਮਾਣ ਸੀ। ਜਿਨ੍ਹਾਂ ਨੂੰ ਨਾਮ ਜਪਣ ਦਾ ਅਧਿਕਾਰ ਨਹੀਂ ਸੀ, ਉਹਨਾਂ ਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾ ਦੇਣਾ। ਜੇ ਰਾਮ ਰਾਮ ਕਹਿ ਦਿੱਤਾ, ਉਹਨਾਂ ਦੀ ਜੀਭ ਕੱਟ ਦੇਣੀ। 10 ਉਂਗਲ ਲੰਬਾ ਲੋਹੇ ਦਾ ਗੋਲਾ ਗਰਮ ਕਰਕੇ ਸ਼ੂਦਰ ਦੇ ਮੂੰਹ ਵਿੱਚ ਠੋਕ ਦੇਣਾ, ਕਿਉਂਕਿ ਪਰਮਾਤਮਾ ਦੀ ਭਗਤੀ ਦਾ ਹੱਕ ਨਹੀਂ ਸੀ। ਇੱਥੋਂ ਤੱਕ ਗੁਰਗੱਦੀ ਦੀ ਚੋਣ ਵੇਲੇ ਜੇ ਦੇਖੀਏ, ਗੁਰੂ ਨਾਨਕ ਜੋਤ ਨੇ ਗੁਰਗੱਦੀ ਦੇ ਅਗਲੇ ਯੋਗ ਵਿਅਕਤੀ ਦੀ ਚੋਣ ਲਈ ਸੇਵਾ ਨੂੰ ਹੀ ਕਸਵੱਟੀ ਬਣਾਇਆ ਤੇ ਜਿਸ ਨੇ ਸੇਵਾ ਕੀਤੀ ਉਸ ਨੂੰ ਸਭ ਕੁਝ ਪ੍ਰਾਪਤ ਹੋ ਗਿਆ। ਸੇਵਾ ਤੇ ਸਿਮਰਨ ਤੋਂ ਸਖਣੇ ਗੁਰੂ ਸਾਹਿਬਜ਼ਾਦੇ ਵੀ ਖਾਲੀ ਰਹਿ ਗਏ। ਸਵਾਲ ਪੈਦਾ ਹੁੰਦਾ, ਸੇਵਾ ਹੈ ਕੀ? ਪਰ ਵਕਾਰ ਤੇ ਪਰਾਏ ਭਲੇ ਲਈ ਕੀਤੇ ਹੋਏ ਕੰਮਾਂ ਦਾ ਨਾਮ ਗੁਰਮਤਿ ਵਿੱਚ ਸੇਵਾ ਹੈ। ਪਰ ਬ੍ਰਾਹਮਣਵਾਦ ਨੇ ਸ਼ੂਦਰਾਂ ਦੇ ਨਿਯਤ ਕੀਤੇ ਗਏ ਕੰਮਾਂ ਨੂੰ ਸੇਵਾ ਕਹਿਣਾ ਸ਼ੁਰੂ ਕਰ ਦਿੱਤਾ ਸੀ। ਪਰ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਜਾਨਸ਼ੀਨ ਦੂਜੇ ਗੁਰੂ ਦੀ ਚੋਣ ਕਰਨੀ ਸੀ ਤਾਂ 8 ਕਿਸਮ ਦੇ ਇਮਤਿਹਾਨ ਲਏ ਗਏ। ਇਹਨਾਂ ਵਿੱਚੋਂ 7 ਕੰਮ ਦਲਿਤ ਭਾਈਚਾਰੇ ਨਾਲ ਸੰਬੰਧਿਤ ਸਨ। ਭਾਈ ਲਹਿਣਾ ਜੀ ਸੇਵਾ ਤੇ ਹੁਕਮ ਮੰਨਣ ਦੀ ਕਸਵੱਟੀ ਉੱਤੇ ਪੂਰੇ ਉਤਰੇ ਔਰ ਦੂਜੇ ਗੁਰੂ ਅੰਗਦ ਦੇਵ ਬਣੇ। ਇਹ 8 ਕਿਸਮ ਦੇ
ਜੋ ਇਮਤਿਹਾਨ ਹੈ, ਦਰਅਸਲ ਉਹਨਾਂ 'ਚ ਸ਼ੂਦਰਾਂ ਵਾਲੇ ਕੰਮ ਕਿ ਚਿੱਕੜ ਵਾਲੇ ਪੱਠਿਆਂ ਦੀ ਪੰਡ ਚੁੱਕਣੀ, ਇਹ ਕੰਮ ਗਰੀਬ ਦਲਿਤ ਕਿਸਾਨਾਂ ਜੱਟਾਂ ਦਾ ਨਿਯਤ ਕੀਤਾ ਗਿਆ ਸੀ। ਮਰੀ ਹੋਈ ਚੂਹੀ ਕੋਈ 4 ਕੁਇੰਟਲ ਦੀ ਨਹੀਂ ਸੀ, ਧਰਮਸ਼ਾਲ ਤੋਂ ਬਾਹਰ ਚੁੱਕਣੀ ਸੁੱਟਣੀ, ਜਿਹਨੂੰ ਬਾਬਾ ਸ਼੍ਰੀ ਚੰਦ ਵਰਗੇ, ਲਖਮੀ ਦਾਸ ਵਰਗੇ ਔਰ ਕੁਝ ਹੋਰ ਵੱਡੀਆਂ ਜਾਤਾਂ ਵਾਲੇ ਨਾ ਕਰ ਦਿੱਤੀ, ਕਿਉਂਕਿ ਇਹ ਚਮਾਰਾਂ ਦਾ ਕੰਮ ਸਮਝਿਆ ਜਾਂਦਾ ਸੀ। ਗਟਰ ਵਿੱਚੋਂ ਕਟੋਰਾ ਕੱਢਣਾ ਗਟਰ ਦੇ ਵਿੱਚ, ਇਹ ਬ੍ਰਾਹਮਣ ਵੱਲੋਂ ਸਫਾਈ ਸੇਵਾਦਾਰ, ਜਿਨ੍ਹਾਂ ਨੂੰ ਚੂੜੇ ਕਹਿੰਦੇ ਸਨ, ਉਹਨਾਂ ਦਾ ਕੰਮ ਨਿਯਤ ਕੀਤਾ ਗਿਆ ਸੀ। ਅੱਧੀ ਰਾਤ ਨੂੰ ਧਰਮਸ਼ਾਲ ਦੀ ਕੰਧ ਬਣਾਉਣਾ ਸ਼ੂਦਰ ਰਾਜ ਮਿਸਤਰੀ ਤਰਖਾਣਾ ਦਾ ਕੰਮ ਸਮਝਿਆ ਜਾਂਦਾ ਸੀ। ਰਾਵੀ ਇਸ਼ਨਾਨ ਸਮੇਂ ਕੱਪੜਿਆਂ ਦੀ ਸੰਭਾਲ, ਇਹ ਵੀ ਦਲਿਤ ਭਾਈਚਾਰੇ ਦੇ ਸੇਵਕਾਂ ਲਈ ਨਿਯਤ ਕੀਤੀ ਗਈ ਸੀ। ਅੱਧੀ ਰਾਤੀ ਕੱਪੜੇ ਧੋਣ ਦਾ ਕੰਮ, ਇਹ ਧੋਬੀ ਕਹੇ ਜਾਣ ਵਾਲੇ ਸ਼ੂਦਰ ਦਾ ਨਿਯਤ ਕੀਤਾ ਗਿਆ ਸੀ। ਤੇ ਮੁਰਦਾ ਖਾਣ ਵਾਲੀ ਗੱਲ, ਸ਼ਮਸ਼ਾਨ ਘਾਟ ਦੇ ਵਿੱਚ ਜੋ ਸਭ ਤੋਂ ਛੋਟੀ ਜਾਤ ਚੰਡਾਲ ਜਾਂ ਸੈਂਸੀਆਂ ਦਾ ਕੰਮ ਮਿਥਿਆ ਗਿਆ ਸੀ, ਇਹ ਉਹਨਾਂ ਦਾ ਕੰਮ, ਕਿਉਂਕਿ ਗਰੀਬੀ ਦੇ ਮਾਰੇ ਭੁੱਖ ਨੰਗ ਦੇ ਮਰੀਜ਼ ਆਪਣਾ ਢਿੱਡ ਭਰਨ ਲਈ ਕਈ ਵਾਰ ਸ਼ਮਸ਼ਾਨ ਘਾਟ ਦੇ ਵਿੱਚ ਮੁਰਦਿਆਂ ਦਾ ਹੀ ਮਾਸ ਖਾ ਲੈਂਦੇ ਸਨ। ਦੂਰਨਦੇਸ਼ੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦਾ ਕਿੱਡਾ ਇਨਕਲਾਬੀ ਸਟੈਪ ਸੀ, ਕਿਉਂਕਿ ਮੁਰਦਾ ਖਾਣ ਦਾ ਹੁਕਮ ਕਰ ਦਿੱਤਾ ਅੰਤਲੇ ਇਮਤਿਹਾਨ ਦੇ ਵਿੱਚ, ਕਿਉਂਕਿ ਗੁਰੂ ਨਾਨਕ ਦੇਵ ਜੀ ਉਪਰੋਕਤ ਨੀਚਾਂ ਵਾਲੇ ਕੰਮਾਂ ਦਾ ਹੁਕਮ ਦੇ ਕੇ ਇਹ ਜਾਣਨਾ ਚਾਹੁੰਦੇ ਸਨ ਕਿ ਰੱਜੇ ਪੁੱਜੇ ਘਰ ਦਾ ਖੱਤਰੀਆਂ ਦਾ 28 ਸਾਲ ਦਾ ਮੁੰਡਾ ਭਾਈ ਲਹਿਣਾ ਕਿ ਉਹਨਾਂ ਗਰੀਬ ਲੋਕਾਂ ਨਾਲ ਜਾਤ ਪਾਤ ਦੇ ਆਧਾਰ ਤੇ ਵਿਤਕਰਾ ਤਾਂ ਨਹੀਂ ਕਰੇਗਾ। ਜਦੋਂ ਭਾਈ ਲਹਿਣਾ ਜੀ ਹੁਕਮ ਮੰਨਣ ਅਤੇ ਸੇਵਾ ਦੀ ਕਸਵੱਟੀ ਤੇ ਪੂਰੇ ਉਤਰਿਆ, ਤਾਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਪੁੱਤਰ ਬਾਬਾ ਸ਼੍ਰੀ ਚੰਦ ਲਖਮੀ ਦਾਸ ਜੀ ਨੂੰ ਨਜ਼ਰਅੰਦਾਜ਼ ਕਰਕੇ ਆਪਣੀ ਗੱਦੀ ਦੇ ਮਾਲਕ ਭਾਈ ਲਹਿਣਾ ਜੀ ਨੂੰ ਬਣਾ ਦਿੱਤਾ। ਭਾਈ ਲਹਿਣਾ ਪਏ ਕਬੂਲ ਖਸਮ ਨਾਲ, ਜਾਂ ਘਾਲ ਮਰਦੀ ਘਾਲੀ ਦੇ ਮਹਾਂਵਾਕ ਅਨੁਸਾਰ ਭਾਈ ਲਹਿਣਾ ਨਹੀਂ ਰਹੇ, ਸਗੋਂ ਦੂਜੇ ਨਾਨਕ ਗੁਰੂ ਅੰਗਦ ਦੇਵ ਜੀ ਬਣ ਗਏ। ਭਾਈ ਗੁਰਦਾਸ ਜੀ ਦਾ ਫਰਮਾਨ, ਗੁਰ ਅੰਗਦ ਤੇ ਅੰਮ੍ਰਿਤ ਵਿਰਖ ਫਲ ਅੰਮ੍ਰਿਤ ਫਲਿਆ, ਜੋਤੀ ਜੋਤ ਜਗਾਇਨ ਦੀਵੇ ਤੇ ਜਿਉ ਦੀਵਾ ਬਲਿਆ। ਗੁਰੂ ਨਾਨਕ ਦੇਵ ਜੀ ਨੇ ਜਾਤ ਪਾਤ ਦੇ ਖਾਤਮੇ ਲਈ ਸ਼ੂਦਰਾਂ ਵਾਲੀ ਕਿਰਤ ਨੂੰ ਹੀ ਯੋਗਤਾ ਦੀ ਕਸਵੱਟੀ ਬਣਾ ਕੇ ਦਲਿਤ ਭਾਈਚਾਰੇ ਨੂੰ ਬਰਾਬਰ ਦਾ ਸਨਮਾਨ ਦਿੱਤਾ, ਬ੍ਰਾਹਮਣ ਦਾ ਅਧਿਕਾਰ ਖਤਮ ਕਰ ਦਿੱਤਾ। ਇਹ ਕਹਿਣ ਗੱਲ ਸਾਧ ਸੰਗਤ ਧਿਆਨ ਦੇਣ ਵਾਲੀ ਹੈ। ਸਾਧ ਸੰਗਤ ਗੁਸਤਾਖੀ ਮਾਫ ਕਰਨੀ, ਵਿੱਚ ਫੋਨ ਆ ਗਿਆ ਸੀ ਕਿਉਂਕਿ ਮੇਰਾ ਲੈਪਟਾਪ ਅੱਜ ਖਰਾਬ ਹੋ ਗਿਆ ਤੇ ਕੁਝ ਫਿਰ ਮੈਂ ਉੱਥੇ ਸ਼ੁਰੂ ਕਰਦਾ। ਬ੍ਰਾਹਮਣ ਦਾ ਅਧਿਕਾਰ ਖਤਮ ਕਰ ਦਿੱਤਾ ਗੁਰੂ ਨਾਨਕ ਪਾਤਸ਼ਾਹ ਨੇ, ਕਿਉਂਕਿ ਭਾਰਤ ਦੇਸ਼ ਵਿੱਚ ਆਦਿ ਕਾਲ ਤੋਂ ਹੀ ਬ੍ਰਾਹਮਣ ਦਾ ਰੁਤਬਾ ਸਭ ਤੋਂ ਵੱਡਾ ਤੇ ਮਹਾਨ ਮੰਨਿਆ ਜਾਂਦਾ ਹੈ। ਸਮਾਜ ਵਿੱਚ ਜਦੋਂ ਵੀ ਕੋਈ ਧਾਰਮਿਕ, ਰਾਜਨੀਤਿਕ, ਸਮਾਜਿਕ, ਆਰਥਿਕ ਜਾਂ ਸਰਵਉੱਚ ਅਹੁਦੇ ਉੱਤੇ ਨਿਯੁਕਤੀ ਕਰਨੀ ਹੁੰਦੀ ਸੀ, ਸੰਬੰਧਿਤ ਅਹੁਦੇ ਦੀ ਨਿਯੁਕਤੀ ਦਾ ਅਧਿਕਾਰ ਕੇਵਲ ਤੇ ਕੇਵਲ ਬ੍ਰਾਹਮਣ ਪਾਸ ਰਿਜ਼ਰਵ ਹੁੰਦਾ ਸੀ। ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ। ਅੱਜ ਵੀ ਜਦੋਂ ਲੱਖਾਂ ਵੋਟਾਂ ਪ੍ਰਾਪਤ ਕਰਕੇ ਦੇਸ਼ ਦਾ ਕੋਈ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਆਪਣੀ ਗੱਦੀ ਸੰਭਾਲਦਾ ਹੈ, ਤਾਂ ਉਸਨੂੰ ਪਹਿਲਾਂ ਬ੍ਰਾਹਮਣ ਦੀ ਮੁਤਾਜੀ ਕਰਨੀ ਪੈਂਦੀ ਹੈ। ਇਤਿਹਾਸ ਗਵਾਹ ਹੈ, ਸ਼ਿਵਾਜੀ ਮਰਾਠਾ ਨੇ ਆਪਣੀ ਲਿਆਕਤ, ਆਪਣੀ ਸਿਆਣਪ ਤੇ ਆਪਣੀ ਬਹਾਦਰੀ ਨਾਲ ਪੂਨੇ ਮਹਾਰਾਸ਼ਟਰ ਵਿੱਚ ਆਪਣੀ ਰਿਆਸਤ ਕਾਇਮ ਕੀਤੀ। ਜਦੋਂ ਰਾਜ ਗੱਦੀ ਤੇ ਬੈਠਣ ਦਾ ਸਮਾਂ ਆਇਆ, ਰਾਜ ਤਿਲਕ ਦੇਣ ਸਮੇਂ ਬ੍ਰਾਹਮਣ ਅੜ ਗਿਆ, ਕਿਉਂਕਿ ਸ਼ਿਵਾਜੀ ਦਲਿਤ ਭਾਈਚਾਰੇ ਨਾਲ ਸੰਬੰਧਿਤ ਸਨ ਤੇ ਬ੍ਰਾਹਮਣੀ ਕਾਨੂੰਨ ਦੇ ਮੁਤਾਬਕ ਦਲਿਤ ਬੰਦਾ ਰਾਜਾ ਨਹੀਂ ਬਣ ਸਕਦਾ ਸੀ। ਅੰਤ ਸ਼ਿਵਾਜੀ ਨੇ ਲੱਖਾਂ ਰੁਪਏ ਵੱਡੀ ਦੇ ਕੇ ਬ੍ਰਾਹਮਣ ਨੂੰ ਔਰ ਸ਼ਰਤਾਂ ਸਹਿਤ ਬ੍ਰਾਹਮਣ ਦੀ ਅਧੀਨਗੀ ਮੰਨ ਕੇ ਰਾਜ ਗੱਦੀ ਪ੍ਰਾਪਤ ਕੀਤੀ। ਪਰ ਜਿਹੜੀਆਂ 4 ਸ਼ਰਤਾਂ ਲਾਈਆਂ, ਉਹ ਸਰਦਾਰ ਕੁਲਵੀਰ ਸਿੰਘ ਜੀ ਕੌੜਾ ਤੇ ਸਿੱਖ ਇਨਕਲਾਬ ਦੇ ਲੇਖਕ ਨੇ ਆਪਣੀ ਕਿਤਾਬ ਦੇ ਵਿੱਚ ਉਹ 4 ਸ਼ਰਤਾਂ ਦੱਸੀਆਂ ਹਨ, ਪੰਨਾ 245 ਤੇ, ਕਿ ਰਾਜ ਤਿਲਕ ਦੇਣ ਸਮੇਂ ਬ੍ਰਾਹਮਣ ਆਪਣੇ ਸੱਜੇ ਹੱਥ ਨਾਲ ਤਿਲਕ ਨਹੀਂ ਲਾਵੇਗਾ। ਸ਼ੂਦਰ ਹੋਣ ਕਰਕੇ ਸ਼ਿਵਾਜੀ ਨੂੰ ਪੈਰ ਦੇ ਅੰਗੂਠੇ ਨਾਲ ਉਹਦੇ ਮੱਥੇ ਤੇ ਰਾਜ ਤਿਲਕ ਦਿੱਤਾ ਜਾਵੇਗਾ। ਪਹਿਲੀ ਸ਼ਰਤ ਇਹ ਸੀ। ਦੂਜੀ ਸ਼ਰਤ, ਸ਼ਿਵਾਜੀ ਪੂਨੇ ਰਿਆਸਤ ਵਿੱਚ ਦਿਨ ਸਮੇਂ ਸ਼ੂਦਰਾਂ ਦੇ ਦਾਖਲੇ ਤੇ ਪਾਬੰਦੀ ਲਾਉਣਗੇ। ਭਾਵ ਸ਼ੂਦਰ ਜਿਹੜੇ ਆ ਉਹ ਨਹੀਂ ਆਉਣਗੇ ਦਿਨ ਸਮੇਂ ਪੂਨੇ ਦੇ ਵਿੱਚ। ਤੇ ਤੀਜੇ ਨੰਬਰ ਤੇ ਇਹ ਯਾਦ ਰੱਖਣਾ ਕਿ
ਪੂਨੇ ਸ਼ਹਿਰ ਵਿੱਚ ਦਾਖਲ ਹੋਣ ਸਮੇਂ ਪੂਨੇ ਸ਼ਹਿਰ ਵਿੱਚ ਦਾਖਲ ਹੋਣ ਸਮੇਂ ਸ਼ੂਦਰ ਦੇ ਲਈ ਜ਼ਰੂਰੀ ਸੀ ਕਿ ਆਪਣੇ ਲੱਕ ਨਾਲ ਟੱਲ ਬੰਨ ਕੇ, ਆਪਣੇ ਲੱਕ ਨਾਲ ਟੱਲ ਤੇ ਪਿੱਛੇ ਦਰਖਤ ਦਾ ਟਾਹਣਾ ਬੰਨ ਕੇ ਉਹ ਪੂਨੇ ਸ਼ਹਿਰ ਵਿੱਚ ਦਾਖਲ ਹੋਏਗਾ, ਤਾਂ ਕਿ ਟੱਲ ਦੀ ਆਵਾਜ਼ ਸੁਣ ਕੇ ਵੱਡੀ ਜਾਤ ਵਾਲੇ ਨੂੰ ਪਤਾ ਲੱਗ ਜਾਵੇ ਕਿ ਸ਼ੂਦਰ ਦੀ ਆਮਦ ਹੋ ਰਹੀ ਹੈ, ਮੈਂ ਪਿੱਟ ਹੋਣ ਤੋਂ ਬਚ ਜਾਵਾਂ। ਅਤੇ ਉਸਦੇ ਪੈਰਾਂ ਦੇ ਨਿਸ਼ਾਨ ਟਾਹਲੀ ਨਾਲ ਆਪਣੇ ਆਪ ਮਿਟਦੇ ਜਾਣੇ ਚਾਹੀਦੇ ਨੇ। ਚੌਥੇ ਨੰਬਰ ਤੇ ਸ਼ਰਤ, ਬ੍ਰਾਹਮਣ ਸਮੇਤ ਵੱਡੀ ਜਾਤ ਵਾਲੇ ਲੋਕ ਆਪਣੇ ਹੱਥ ਨਾਲ ਲਾਲ ਧਾਗਾ ਮੌਲੀ, ਜਿਹੜੀ ਅੱਜ ਵੀ ਸਿੱਖਾਂ ਨੇ ਖਾਮਖਾ ਆਪਣੇ ਗਲ ਪਾਈ ਹੋਈ ਹੈ, ਚੰਗੇ ਚੰਗੇ ਸਰਦਾਰਾਂ ਦੇ ਹੱਥਾਂ ਨਾਲ ਮੌਲੀਆਂ, ਲੀਡਰਾਂ ਦੇ ਹੱਥਾਂ ਨਾਲ ਮੌਲੀਆਂ, ਤੇ ਬ੍ਰਾਹਮਣ ਨੇ ਇਹ ਵੱਡੇ ਲੋਕਾਂ ਦੇ ਲਈ ਲਾਲ ਧਾਗਾ ਬੰਨਣਗੇ, ਇਹ ਕਾਨੂੰਨ ਬਣਾਇਆ। ਪਰ ਸ਼ੂਦਰ ਆਪਣੇ ਹੱਥ ਨਾਲ ਕਾਲਾ ਧਾਗਾ ਬੰਨੇਗਾ। ਸਿੱਖ ਇਨਕਲਾਬ ਪੰਨਾ 245। ਗੁਰੂ ਨਾਨਕ ਪਾਤਸ਼ਾਹ ਨੇ ਸਿੱਖ ਧਰਮ ਵਿੱਚੋਂ ਬ੍ਰਾਹਮਣ ਦਾ ਅਧਿਕਾਰ ਖਤਮ ਕਰਕੇ ਰੱਖ ਦਿੱਤਾ। ਗੁਰਗੱਦੀ ਭਾਈ ਲਹਿਣਾ ਜੀ ਨੂੰ ਦੇਣ ਸਮੇਂ ਸ਼ੂਦਰ ਜਾਤੀ ਵਿੱਚੋਂ ਇੱਕ ਜੱਟ ਬਾਬਾ ਬੁੱਢਾ ਜੀ ਨੂੰ ਇਹ ਅਧਿਕਾਰ ਦਿੱਤਾ ਗਿਆ, ਤੇ 10ਵੇਂ ਪਾਤਸ਼ਾਹ ਤੱਕ ਇਹ ਅਧਿਕਾਰ ਬਾਬਾ ਬੁੱਢਾ ਜੀ ਦੇ ਖਾਨਦਾਨ ਵਿੱਚ ਹੀ ਰਿਹਾ। ਅੱਜ ਤੋਂ 500 ਸਾਲ ਪਹਿਲਾਂ ਬ੍ਰਾਹਮਣ ਦਾ ਇਹ ਅਧਿਕਾਰ ਖਤਮ ਕਰਕੇ ਸ਼ੂਦਰ ਕਹਿ ਜਾਣ ਵਾਲੇ ਲੋਕਾਂ ਨੂੰ ਇਤਨਾ ਵੱਡਾ ਮਾਣ ਕੇਵਲ ਤੇ ਕੇਵਲ ਗੁਰੂ ਨਾਨਕ ਦੇਵ ਨੇ ਦਿੱਤਾ। ਭਾਰਤ ਦੇ ਇਤਿਹਾਸ ਵਿੱਚ ਸ਼ੂਦਰਾਂ ਦੇ ਸਨਮਾਨ ਦੀ ਐਸੀ ਹੋਰ ਕੋਈ ਮਿਸਾਲ ਹੀ ਨਹੀਂ ਮਿਲਦੀ। ਔਰ ਤੀਜੇ ਨੰਬਰ ਤੇ ਅਗਲੀ ਗੱਲ, ਜਾਤ ਮਾਨ ਖਤਮ ਕਰਨ ਲਈ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸਿੱਖ ਭਾਈ ਜੋਧ ਜੀ ਦਾ ਇੱਕ ਅਨੋਖਾ ਤਰੀਕਾ, ਗੁਰੂ ਅੰਗਦ ਦੇਵ ਜੀ ਨੇ ਜਾਤ ਪਾਤ ਦੇ ਖਾਤਮੇ ਲਈ ਲੰਗਰ ਦੀ ਪ੍ਰਥਾ ਜ਼ੋਰ ਸ਼ੋਰ ਨਾਲ ਲਾਗੂ ਕੀਤੀ। ਹਰ ਮਨੁੱਖ ਜਾਤ ਪਾਤ ਊਚ ਨੀਚ ਦੇ ਵਹਿਮ ਛੱਡ ਕੇ ਇੱਕੋ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਸਕਦਾ ਸੀ, ਤੇ ਪ੍ਰਸ਼ਾਦਾ ਛਕਣ ਵਾਲਿਆਂ ਦੇ ਝੂਠੇ ਬਰਤਨਾਂ ਦੀ ਸੇਵਾ ਵੀ ਸਾਰੇ ਸਿੱਖ ਰਲ ਕੇ ਕਰਦੇ ਸਨ। ਲੰਗਰ ਦੀ ਸੇਵਾ ਦੇ ਮੁੱਖ ਇੰਚਾਰਜ ਗੁਰੂ ਅੰਗਦ ਦੇਵ ਜੀ ਦੇ ਮਹਿਲ ਮਾਤਾ ਖੀਵੀ ਜੀ, ਗੁਰੂ ਅੰਗਦ ਦੇਵ ਜੀ ਦੀ ਭੂਆ ਮਾਤਾ ਬਿਰਾਈ ਜੀ, ਚੌਧਰੀ ਤਖਤਮਲ, ਪਿੰਡ ਦੇ ਵੱਡੇ ਵੱਡੇ ਜ਼ਿਮੀਂਦਾਰਾਂ ਸਮੇਤ ਭਾਈ ਜੋਧ ਜੋ ਪਿੰਡ ਦਾ ਰਹਿਣ ਵਾਲਾ ਬ੍ਰਾਹਮਣ ਜਾਤੀ ਵਿੱਚੋਂ ਸੀ, ਪੂਰੀ ਤਨਦੇਹੀ ਨਾਲ ਇਸ ਸੇਵਾ ਵਿੱਚ ਹਿੱਸਾ ਲੈਂਦਾ। ਭਾਈ ਜੋਧ ਲੰਗਰ ਬਣਾਉਣ, ਛਕਾਉਣ ਤੇ ਝੂਠੇ ਬਰਤਨਾਂ ਦੀ ਸੇਵਾ ਤਾਂ ਦਿਲਚਸਪੀ ਨਾਲ ਕਰਦਾ ਸੀ, ਪਰ ਆਪ ਲੰਗਰ ਵਿੱਚ ਭੋਜਨ ਛਕਦੇ ਹੋਏ ਕਿਸੇ ਨੇ ਨਹੀਂ ਦੇਖਿਆ। ਅੰਤ ਮਾਤਾ ਖੀਵੀ ਜੀ ਨੇ ਆਪਣੇ CID ਵਾਲੇ ਬੰਦੇ ਉਹਦੇ ਮਗਰ ਲਾਏ ਕਿ ਜਾਤ ਪਾਤ ਦੇ ਹੰਕਾਰ ਕਰਕੇ ਭਾਈ ਜੋਧ ਉਸੇ ਵਹਿਮ ਦੇ ਵਿੱਚ ਤਾਂ ਨਹੀਂ ਪਿਆ ਹੋਇਆ। ਪਰ ਜਦੋਂ ਸਹੀ ਖਬਰ ਸਾਹਮਣੇ ਆਈ, ਮਾਤਾ ਖੀਵੀ ਜੀ ਨੇ ਭਾਈ ਜੋਧ ਨੂੰ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਦਰਬਾਰ ਵਿੱਚ ਪੇਸ਼ ਕੀਤਾ। ਤੇ ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਪੁੱਛ ਕੀਤੀ ਕਿ ਭਾਈ ਜੋਧ ਜੀ, ਲੰਗਰ ਦੀ ਸੇਵਾ ਬੜੀ ਕਰਦੇ ਹੋ, ਪਰ ਲੰਗਰ ਛਕਣ ਵਾਲੇ ਕਿਉਂ ਭੱਜ ਜਾਂਦੇ ਹੋ? ਉਹ ਕਹਿਣ ਲੱਗਾ, ਨਹੀਂ ਮਹਾਰਾਜ, ਮੈਂ ਲੰਗਰ ਛਕਦਾ ਹਾਂ, ਪਰ ਸੰਗਤਾਂ ਦੀਆਂ ਅੱਖਾਂ ਤੋਂ ਓਹਲੇ ਹੋ ਕੇ। ਗੁਰੂ ਪਾਤਸ਼ਾਹ ਨੇ ਪੁੱਛਿਆ, ਕੋਈ ਹੰਕਾਰ ਜਾਂ ਕੋਈ ਵਹਿਮ ਭਰਮ ਹੈ? ਇਹ ਲੋਕਾਂ ਵਿੱਚ ਨੱਕ ਨਹੀਂ ਰਹਿੰਦਾ? ਤੇ ਭਾਈ ਜੋਧ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ, ਤੁਹਾਡੀ ਸ਼ਰਨ ਦੇ ਵਿੱਚ ਆ ਕੇ ਮੈਨੂੰ ਪਤਾ ਲੱਗਾ ਕਿ ਮੈਂ ਜਾਤ ਪਾਤ ਦੇ ਵਿਤਕਰੇ ਦੁਆਰਾ ਮਨੁੱਖਤਾ ਦੇ ਨਾਲ ਵੱਡਾ ਪਾਪ ਕਰਦਾ ਰਿਹਾ, ਕਿਉਂਕਿ ਮੇਰੇ ਅੰਦਰ ਜਾਤ ਮਾਨ ਕੁੱਟ-ਕੁੱਟ ਕੇ ਭਰਿਆ ਹੋਇਆ ਸੀ। ਮੈਂ ਹੁਣ ਜਾਤ ਪਾਤ ਦੇ ਵਹਿਮ ਨੂੰ, ਜੋ ਬ੍ਰਾਹਮਣ ਮੇਰੇ ਅੰਦਰ ਬੈਠਾ ਹੋਇਆ, ਉਹਨੂੰ ਬਾਹਰ ਕੱਢਣ ਦੇ ਲਈ ਮੈਂ ਸਿੱਖਾਂ ਦੀਆਂ ਥਾਲੀਆਂ ਵਿੱਚੋਂ ਜੂਠ ਇਕੱਠੀ ਕਰਕੇ ਔਰ ਇੱਕ ਪਾਸੇ ਬੈਠ ਕੇ ਛਕ ਲੈਂਦਾ ਹਾਂ, ਤੇ ਮੈਂ ਤੁਹਾਡੇ ਹੁਕਮਾਂ ਤੋਂ ਬਾਗੀ ਨਹੀਂ, ਸਗੋਂ ਅੰਦਰਲੇ ਬ੍ਰਾਹਮਣ ਨੂੰ ਕੱਢਣਾ ਚਾਹਨਾ। ਇਤਨੀ ਵੱਡੀ ਗੱਲ ਸੀ ਇਹ, ਕਹਿਣਾ ਸੌਖਾ ਹੈ, ਅੱਜ ਸਾਡੇ ਵਰਗੇ ਵੀ ਸ਼ਾਇਦ ਕੰਨੀ ਕਤਰਾ ਜਾਣ। ਪਰ ਗੁਰੂ ਅੰਗਦ ਦੇਵ ਜੀ ਨੇ ਜਾਤ ਪਾਤ ਦੇ ਵਹਿਮ ਤੋਂ ਲੋਕਾਂ ਨੂੰ ਐਸੇ ਢੰਗ ਦੇ ਨਾਲ ਮੋਟੀਵੇਟ ਕੀਤਾ ਕਿ ਹਰ ਮਨੁੱਖ ਸਮਝਣ ਲੱਗ ਪਿਆ ਕਿ ਜਾਤ ਪਾਤ ਦਾ ਵਿਤਕਰਾ ਕਰਨਾ ਸਭ ਤੋਂ ਵੱਡਾ ਪਾਪ ਹੈ। ਸੋ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਆਉਣ ਵਾਲੇ ਵੱਡੀ ਤੋਂ ਵੱਡੀ ਜਾਤ ਦੇ ਲੋਕ ਵੀ ਇਤਨੇ ਉਤਸ਼ਾਹਿਤ ਹੁੰਦੇ ਸਨ ਕਿ ਉਹ ਸਭਨਾਂ ਵਿੱਚ ਪ੍ਰਮਾਤਮਾ ਵਾਹਿਗੁਰੂ ਦੀ ਜੋਤ ਮਹਿਸੂਸ ਕਰਦੇ ਸਨ। ਇੱਕ ਘਟਨਾ ਤੀਜੇ ਪਾਤਸ਼ਾਹ ਦੇ ਵੇਲੇ ਦੀ, ਜਿਸ ਦਾ ਜ਼ਿਕਰ ਗੁਰਬਾਣੀ ਵਿੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਕੀਤਾ, ਕਿ ਗੁਰੂ ਅਮਰਦਾਸ ਜੀ ਮਹਾਰਾਜ ਨੇ ਦਰਿਆ ਵਿਆਸ ਦੇ ਕੰਢੇ ਗੋਬਿੰਦਵਾਲ ਸਾਹਿਬ ਵਿਖੇ ਪਹਿਲੇ ਪੰਗਤ ਪਾਤਸ਼ਾਹ ਸੰਗਤ ਦਾ ਹੁਕਮ ਦਿੱਤਾ, ਜਾਤ ਪਾਤ ਦੇ ਖਾਤਮੇ ਲਈ। ਫਿਰ
जिथे दिल्ली के बादशाह अकबर वर्गिया भी पंगत में बैठ के प्रसादा छकना पिया। जातपात की 84 कट्टण लई गुरु जी ने गोविंदवाल साहब के कंढे, ब्यास दरिया के कंढे गोविंदवाल साहब के बौली का निर्माण करवाया, क्योंकि ब्राह्मण ने दरियावां के कंढे इशनान घाट भी जात-पात के आधार पर बन दिते सन। जिधरों दरियावां का पानी आंदा सी, उच्चे पासे तो निवान वाल वगदा सी। सब तो उपर ब्राह्मण लई इशनान घाट, दूजे नंबर ते खत्तरी लई, तीजे नंबर ते वैश ते सब तो नीचे शूद्रां दा इशनान घाट हुंदा सी। इन्हां तिन्नां वर्गां दा पानी तां ਉਹਨੂੰ ਬੇਸ਼ੱਕ ਤੇ टच कर जाए, पर शूद्र का किते ब्राह्मण ਨੂੰ टच ना कर जाए। सो जात पात ਦੀਆਂ ਇਹ ਦੀਵਾਰਾਂ ਪੱਕੀਆਂ ਕੀਤੀਆਂ ਹੋਈਆਂ ਸਨ, पर गुरु अमरदास जी ने बाउली बना के खड़े पानी विच सबना दे इशनान करन दा विधान बना के जात पात के मजबूत किले ਦੀਆਂ जड़ां खोखलियां कर दित्तियां। गोविंदवाल साहब का रहन वाला एक जात मानी हरिराम तपा संगत दे विच आ जांदा सी, पर पंगत विच लंगर छकण वेले भोजन नहीं छकदा सी। गुरु जी ने एक दिन हुक्म किया कि लंगर की 4 दीवारी बना के आण जाण दे लई ਇਹ 2 गेट रख दिते जाण, एक जाण दे लई, एक आण दे लई। ਇਹ ਜਿਹੜਾ ਲੰਗਰ ਛਕਦਾ ਹੈ ਉਹਦੇ ਲਈ ਇੱਕ ਇੱਕ ਮੋਹਰ, ਦੂਜੇ ਦਿਨ 2-2, ਤੀਜੇ ਦਿਨ 3-3, ਜਦੋਂ 5-5 ਮੋਹਰਾਂ ਹੋ ਗਈਆਂ, ਜਿਹੜਾ ਹਰੀ ਰਾਮ ਤਪਾ ਲੰਗਰ ਵਿੱਚ ਬੈਠਣ ਤੋਂ ਕੰਨੀ ਕਤਰਾਣਾ ਸੀ, ਉਹ ਤੇ ਰਿਹਾ ਨਾ ਗਿਆ ਲਾਲਚ ਕਰਕੇ, ਔਰ ਜਾ ਕੇ ਆਪਣੇ 4 ਸਾਲ ਦੇ ਪੋਤਰੇ ਨੂੰ ਕੰਧ ਟਪਾਉਣ ਲੱਗਾ। ਇਹ ਲੰਗਰ ਵੀ ਛਕਾਂ ਵੀ ਤੇ ਮਾਇਆ ਵੀ ਲੈ ਆਈ, ਹੱਥੋਂ ਬੱਚਾ ਨਿਕਲ ਗਿਆ, डिग्या, बांह टुटी, रोंदे रोंदे ने सारी कहानी दस दी। सो गुरु अंगद देव जी, गुरु अमरदास जी महाराज ने जात पात के खात्मे लई ये पाज उघेड़ना सी बड़े लोगों का, ये माया दे ही व्यापारी हैं, वहम भरम का केवल लुटन लई कीते जा रहे। इस घटना नूं धन गुरु रामदास जी ने श्री गुरु ग्रंथ साहब जी के 315-16 पन्ने ते गौड़ी की वार विच दर्ज किया। तपा ना होवे अंदरों लोभी, नित माया नूं फिरे जमालिया, अगों दे सद्या सता दी भिख्या लए नाही, पिछों दे पछताए के आन तपे पुत विच बहा लिया। 5 लोग वड्डे लोग सियाणे लोग सब हसन लगे, तपा लोभ लह रह गालिया। प्रसिद्ध विद्वान डॉक्टर गोकुल चंद नारंग लिखते हैं, गुरु रामदास जी ने रजवाड़ियां ते बादशाहां दी दोस्ती हासिल करन दा कदे यतन नहीं कीता। उन्हां दे सर्व सांझे असूल सब नूं खिच पाउण वाले सन। उन्होंने धर्म के दरवाजे सब लई, हर दीन दुखी अते दलित लोगों लई हमेशा खुले रहंदे सन। ये गुरु रामदास जी महाराज दे परोपकार साडे ते हन। श्री गुरु अर्जन देव जी ने 5वें पातशाह ने जात पात के खात्मे लई सब तो वड्डा अहम काम किया कि श्री गुरु ग्रंथ अर्जन देव जी ने गुरु ग्रंथ साहिब जी विच दलित भाईचारे नाल संबंधित 6 महापुरुषां दी बाणी गुरु साहिबान दे दर्ज करके, गुरु साहिबान के बराबर दर्ज करके शूद्र कहे जाने वाले लोगों को सब तो बड़ा सन्मान दिता, जिस करके सतगुरु जी नूं आप भी असहज कह कष्ट चल के शहादत का जाम पीना पिया। गुरु अर्जन देव जी के इस परोपकार के कारण, इस पर उपकार के कारण सिख कौम विचों जात पात की नफरत बिल्कुल खत्म हो चुकी सी। भाई बहलो जी की साखी इस गल का पक्का सबूत है। भाई बहलो मालवे के पिंड फफड़े का रहन वाला संधू गोत का जट सी। जदों अमृतसर शहर की उसारी हो रही सी, गुरु घर दे आवे भाव भट्ठे दीआं इट्टां दी मजबूती लई भाई साहब ने अपने जात अभिमान नूं छड्ड के सफाई सेवादारां वाली सेवा निभा के गुरु अर्जन देव जी दीआं बख्शिशां प्राप्त कीतियां। भाई बहलों ते सब तो पहलों का सन्मान योग रुतबा भाई बहलों नूं प्राप्त होया। आवा कच्चा ते आवा पक्का की साखी सारे जानते हैं। लाहौर के रहन वाले भाई बुद्धू शाह ने इट्टां बनाउण दा भट्ठा लाया होया सी। आवा खोलण तो पहला गुरु अर्जन देव जी नूं बेनती की, संगत समेत गुरु जी उहदे घर पहुंचे, दीवान सजिया। इस दीवान विच गुरु जी का आना सुन के एक छोटी जात का सिख गरीब भाई कमलिया जी भी शामिल होना चाहता सी, पर नौकरां चाकरां ने भाई कमलिया नूं अंदर ही ना जाण दिता। जदों गुरु जी नूं पता लगा तो गुरु जी ने भाई बुद्धू शाह की अरदास प्रवान करने तो मना कर दिता ते उसका आवा कच्चा ही रह गया। जो भाई बुद्धू शाह ने मुआफी मंगी तो गुरु जी ने हुक्म किया कि जां तां लंगर लाओ ही ना, जे लाउणा है
ਤਾਂ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਜਾਣ ਕੇ ਕਿਸੇ ਵੀ ਗਰੀਬ ਦੇ ਨਾਲ ਜਾਤ ਪਾਤ ਦੇ ਆਧਾਰ ਤੇ ਵਿਤਕਰਾ ਨਾ ਕਰੋ। ਗੁਰੂ ਜੀ ਛੋਟੀਆਂ ਜਾਤਾਂ ਵਾਲੇ ਮਨੁੱਖਾਂ ਨੂੰ ਵਿਸ਼ੇਸ਼ ਪਿਆਰ ਨਾਲ ਕਰਦੇ ਸਨ। ਬ੍ਰਾਹਮਣ ਬਾਦ ਸ਼ੂਦਰਾਂ ਨੂੰ ਉਪਦੇਸ਼ ਜਾਂ ਪ੍ਰਚਾਰਕ ਬਣਨ ਤੇ ਪਾਬੰਦੀ ਲਾਉਂਦਾ ਸੀ, ਪਰ ਗੁਰੂ ਨਾਨਕ ਜੋਤ ਨੇ ਬਿਨਾਂ ਕਿਸੇ ਵਿਤਕਰੇ ਤੋਂ ਦਲਿਤ ਭਾਈਚਾਰਾ ਨੂੰ ਪ੍ਰਚਾਰਕਾਂ ਦੀ ਡਿਊਟੀ ਦਿੱਤੀ। ਭਾਈ ਜੈਤਾ ਜੀ ਦੇ ਖਾਨਦਾਨ ਵਿੱਚੋਂ ਭਾਈ ਕਲਿਆਣਾ ਜੀ ਗੁਰੂ ਘਰ ਦੇ ਸਨਮਾਨਯੋਗ ਪ੍ਰਚਾਰਕ ਸਨ, ਜਿਨ੍ਹਾਂ ਨੇ ਪਹਿਲੇ ਪਾਤਸ਼ਾਹ ਤੋਂ ਲੈ ਕੇ 6ਵੇਂ ਪਾਤਸ਼ਾਹ ਤੱਕ ਧਰਮ ਪ੍ਰਚਾਰ ਦੀ ਡਿਊਟੀ ਨਿਭਾਈ ਅਤੇ ਮੰਡੀ ਸੁਕੇਤ ਹਿਮਾਚਲ ਦੇ ਰਾਜੇ ਸਮੇਤ ਕਈ ਰਾਜੇ ਮਹਾਰਾਜਿਆਂ ਨੂੰ ਆਪਣੀ ਲਿਆਕਤ ਉੱਚੇ ਸੁੱਚੇ ਜੀਵਨ ਰਾਹੀਂ ਸਿੱਖ ਬਣਾਇਆ। ਗੁਰੂ ਪਾਤਸ਼ਾਹ ਸਮੇਂ 6ਵੇਂ ਪਾਤਸ਼ਾਹ ਸਮੇਂ ਗੁਰੂ ਹਰਗੋਬਿੰਦ ਸਾਹਿਬ ਨੇ ਪਿੰਡ ਗੁੰਮਟੀ ਡਰੋਲੀ ਦੇ ਨੇੜੇ ਜੰਗਲ ਵਿੱਚ ਲੱਕੜਾਂ ਕੱਟ ਰਹੇ ਭਾਈ ਸਾਧੂ ਤੇ ਭਾਈ ਰੂਪਾ ਪਿਓ ਪੁੱਤਰ ਦੇ ਪ੍ਰੇਮ ਨੂੰ ਮੁੱਖ ਰੱਖ ਕੇ ਆਪਣੇ ਡੇਰੇ ਤੋਂ ਕਈ ਮੀਲ ਦੂਰ ਇਕੱਲੇ ਜਾ ਕੇ ਜਾਤ-ਪਾਤ ਦਾ ਵਿਤਕਰਾ ਖਤਮ ਕਰਨ ਲਈ ਉਹਨਾਂ ਦੇ ਹੱਥਾਂ ਦਾ ਜਲ ਹੀ ਨਹੀਂ ਪੀਤਾ, ਸਗੋਂ ਭਾਈ ਰੂਪੇ ਦੇ ਨਾਮ ਤੇ ਪਿੰਡ ਵਸਾਉਣ ਦਾ ਹੁਕਮ ਵੀ ਕੀਤਾ। ਮਾਲਵੇ ਦਾ ਇਹ ਪਿੰਡ ਭਾਈ ਰੂਪਾ ਰਾਮਪੁਰਾ ਭੂਲ ਤੋਂ 18 ਕਿਲੋਮੀਟਰ ਦੂਰ ਅੱਜ ਵੀ ਵਸਦਾ ਹੈ। ਵੱਡੇ ਪੱਧਰ ਤੇ ਸ਼ਹਿਰ ਬਣ ਚੁੱਕਿਆ, ਜੋ ਮਾਲਵੇ ਦਾ ਪ੍ਰਸਿੱਧ ਸ਼ਹਿਰ ਹੈ। ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਗੁਰੂ ਨਾਨਕ ਜੋਤ ਨੇ ਦਲਿਤ ਭਾਈਚਾਰੇ ਨੂੰ ਕਿੱਡਾ ਵੱਡਾ ਮਾਣ ਸਨਮਾਨ ਦਿੱਤਾ। ਸ਼ੂਦਰਾਂ ਦਾ ਨਾਮ ਮਿਟਾਇਆ ਜਾ ਰਿਹਾ ਸੀ ਜਿੱਥੇ, ਉੱਥੇ ਸ਼ਹਿਰ ਵਸਾ ਦੇਣਾ ਉਹਦੇ ਨਾਂ ਤੇ ਇਹ ਗੁਰੂ ਨਾਨਕ ਜੋਤ ਦੇ ਹਿੱਸੇ ਹੀ ਆਇਆ। ਜਾਤ ਪਾਤ ਦਾ ਕੋੜ ਕਿਵੇਂ ਵੱਢਿਆ? 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਬਨਾਰਸ ਦੀ ਧਰਤੀ ਤੋਂ ਕੀਰਤਪੁਰ ਸਾਹਿਬ ਵਿਖੇ ਪਹੁੰਚੇ। ਇੱਕ ਬ੍ਰਾਹਮਣ ਜਾਤ ਦੇ ਕੋੜੀ ਬੈਸੰਤਰ ਦੇਵਤਾ ਦਾ ਇਲਾਜ ਕਰਦੇ ਹੋਏ ਕਿਹਾ ਸੀ ਕਿ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਨਾਲ ਤੁਹਾਡੇ ਸਰੀਰ ਦਾ ਕੋੜ ਅਵੱਸ਼ ਠੀਕ ਹੋ ਜਾਏਗਾ, ਪਰ ਤੁਸੀਂ ਬ੍ਰਾਹਮਣ ਲੋਕਾਂ ਨੇ ਜਾਤ ਪਾਤ ਦਾ ਜਿਹੜਾ ਕੋੜ ਸਮਾਜ ਨੂੰ ਲਾ ਦਿੱਤਾ ਹੈ, ਉਸ ਅੰਦਰਲੇ ਕੋੜ ਨੂੰ ਪਹਿਲਾਂ ਛੱਡੋ ਤੇ ਬਾਹਰਲਾ ਕੋੜ ਆਪਣੇ ਆਪ ਠੀਕ ਹੋ ਜਾਵੇਗਾ। ਗੁਰੂ ਪਾਤਸ਼ਾਹ ਨੇ ਗੁਰਬਾਣੀ ਦਾ ਇਹ ਸਿਧਾਂਤ ਕਿ ਆਪਸ ਦੇ ਉੱਪਰ ਸਭ ਜਾਣੋ ਤੋ ਦਰਗਾਹ ਸੁਖ ਪਾਵੋ ਦਾ ਉਪਦੇਸ਼ ਦੇ ਕੇ ਬੈਸੰਤਰ ਦੇਵਤਾ ਨੂੰ ਦੋਵੇਂ ਕਿਸਮ ਦੇ ਕੋੜ ਤੋਂ ਮੁਕਤ ਕੀਤਾ। ਪਰ ਅਫਸੋਸ ਅੱਜ ਸਾਡੀ ਕੌਮ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਸਿੱਖ ਹੋਣ ਦੇ ਬਾਵਜੂਦ ਵੀ ਜਾਤ ਪਾਤ ਦਾ ਕੋੜ ਖਾਮ ਸਖਾ ਆਪਣੇ ਘਰਾਂ ਵਿੱਚ ਪੈਦਾ ਕਰ ਚੁੱਕੀ ਹੈ। ਪਰ ਅਫਸੋਸ ਹੈ, ਗੁਰੂ ਪਾਤਸ਼ਾਹ ਦੀ ਕਿਰਪਾ ਕਰਨ, ਗੁਰੂ ਪਾਤਸ਼ਾਹ ਕਿਰਪਾ ਕਰਨ ਕਿ ਸਿੱਖ ਜਾਤ ਪਾਤ ਦੇ ਇਸ ਕੋੜ ਤੋਂ ਵੀ ਮੁਕਤੀ ਹਾਸਲ ਕਰ ਸਕਣ। ਪੰਜੋਖੜਾ ਸਾਹਿਬ ਵਿਖੇ ਪੰਡਿਤ ਲਾਲ ਚੰਦ ਨੂੰ ਗੀਤਾ ਦਾ ਅਰਥ ਸਮਝਾਉਣ ਵਾਲੇ ਭਾਈ ਛੱਜੂ ਜੀ ਨੂੰ ਜਗਨਨਾਥਪੁਰੀ ਦਾ ਪ੍ਰਚਾਰਕ ਥਾਪਿਆ, ਜਿਸ ਦੇ ਖਾਨਦਾਨ ਵਿੱਚੋਂ ਭਾਈ ਹਿੰਮਤ ਸਿੰਘ ਜੀ ਪੰਜ ਪਿਆਰਾ 1699 ਦੀ ਵਿਸਾਖੀ ਨੂੰ ਦਸ਼ਮੇਸ਼ ਪਿਤਾ ਅੱਗੇ ਆਪਣਾ ਸੀਸ ਭੇਟ ਕਰਕੇ ਪੰਜਾਂ ਪਿਆਰਿਆਂ ਦੇ ਵਿੱਚ ਚੁਣੇ ਗਏ ਸਨ। ਭਾਈ ਜੈਤਾ ਜੀ ਤੇ ਬਾਬਾ ਸੰਗਤ ਸਿੰਘ ਜੀ ਰੰਗਰੇਟੇ ਗੁਰੂ ਕੇ ਬੇਟੇ ਭਾਈ ਜੈਤਾ ਜੀ ਤੇ ਬਾਬਾ ਸੰਗਤ ਸਿੰਘ ਜੀ ਦਾ ਪੂਰਾ ਖਾਨਦਾਨ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਹੀ ਪੀੜ੍ਹੀ ਦਰ ਪੀੜ੍ਹੀ ਗੁਰੂ ਜੀ ਦਾ ਵਿਸ਼ਵਾਸ ਪਾਤਰ ਬਣਿਆ ਰਿਹਾ। ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਪਰਿਵਾਰ ਅਤੇ ਸਾਹਿਬਜ਼ਾਦਿਆਂ ਦੀ ਸੇਵਾ ਸੰਭਾਲ, ਰਸੋਈ ਖਾਨੇ ਵਿੱਚ ਵਿਸ਼ੇਸ਼ ਡਿਊਟੀ, ਗੁਰੂ ਜੀ ਦੇ ਲਈ ਭੋਜਨ ਤਿਆਰ ਕਰਨਾ, ਹਰ ਕਿਸਮ ਦੀ ਸੇਵਾ ਇਹਨਾਂ ਦੇ ਪਰਿਵਾਰਕ ਮੈਂਬਰ ਹੀ ਕਰਦੇ ਰਹੇ। ਜਦੋਂ ਗੁਰੂ ਜੀ ਪੂਰਬ ਦੇ ਇਲਾਕੇ ਯੂਪੀ, ਬਿਹਾਰ, ਬੰਗਾਲ ਅਤੇ ਅਸਾਮ ਦੇ ਦੂਰ ਦੁਰਾਡੇ ਇਲਾਕਿਆਂ ਵਿੱਚ ਧਰਮ ਪ੍ਰਚਾਰ ਦੌਰਿਆਂ ਤੇ ਗਏ, ਇਹਨਾਂ ਦੋਵਾਂ ਦੇ ਮਰਜੀਵੜਿਆਂ ਦੇ ਮਾਤਾ ਪਿਤਾ ਤੇ ਹੋਰ ਪਰਿਵਾਰਕ ਮੈਂਬਰ ਵੀ ਗੁਰੂ ਕਾਫਲੇ ਦੇ ਵਿੱਚ ਸਨ। ਭਾਈ ਸੰਗਤ ਸਿੰਘ ਦਾ ਜਨਮ ਵੀ ਪਟਨਾ ਸਾਹਿਬ ਦੀ ਧਰਤੀ ਦਾ ਹੀ ਮੰਨਿਆ ਜਾਂਦਾ ਹੈ। ਜਦੋਂ ਗੁਰੂ ਜੀ ਤਿਲਕ ਜੰਜੂ ਦੀ ਖਾਤਰ ਦਿੱਲੀ ਚਾਂਦਨੀ ਚੌਂਕ ਸ਼ਹੀਦੀ ਦੇਣ ਲਈ ਗਏ, ਗੁਰੂ ਜੀ ਦੇ ਪੰਜ ਵਿਸ਼ਵਾਸ ਪਾਤਰ ਪੰਜਾਂ ਪਿਆਰਿਆਂ ਵਿੱਚ ਭਾਈ ਜੈਤਾ ਜੀ ਵੀ ਸ਼ਾਮਲ ਸਨ। ਇਹਨਾਂ ਨੇ ਗੁਰੂ ਹੁਕਮਾਂ ਅਨੁਸਾਰ ਭਾਈ ਮਤੀਦਾਸ, ਭਾਈ ਸਤੀਦਾਸ, ਭਾਈ ਦਿਆਲਾ ਜੀ ਦੀ ਸ਼ਹੀਦੀ ਤੋਂ ਬਾਅਦ ਉਹਨਾਂ ਦੇ ਸਰੀਰਾਂ ਦਾ ਅੰਤਮ ਸੰਸਕਾਰ ਵੀ ਦਰਿਆ ਦੇ ਵਿੱਚ ਸੁੱਟ ਕੇ ਅੰਤਮ ਸੰਸਕਾਰ ਵੀ ਕੀਤਾ ਤੇ ਗੁਰੂ ਤੇਗ ਬਹਾਦਰ ਜੀ ਦੇ ਪਾਵਨ ਸੀਸ ਨੂੰ ਆਨੰਦਪੁਰ ਸਾਹਿਬ ਲਿਆ ਕੇ ਸੰਸਕਾਰ ਕਰਨ ਦੀ ਸੇਵਾ ਨਿਭਾਈ ਤੇ ਦਸ਼ਮੇਸ਼ ਪਿਤਾ ਵੱਲੋਂ ਰੰਗਰੇਟੇ ਗੁਰੂ ਕੇ ਬੇਟੇ ਹੋਣ ਦਾ ਮਾਣ ਪ੍ਰਾਪਤ ਕੀਤਾ। ਇਸੇ ਤਰ੍ਹਾਂ ਚਮਕੌਰ ਗੜੀ ਦੇ ਵਿੱਚ ਪੰਜਾਂ ਪਿਆਰਿਆਂ ਵਿੱਚ ਸ਼ਾਮਲ ਬਾਬਾ ਸੰਗਤ ਸਿੰਘ ਜੀ ਨੂੰ ਆਪਣੀ ਪੁਸ਼ਾਕ, ਦਸਤਾਰ ਤੇ ਕਲਗੀ ਸਜਾ ਕੇ ਸੰਸਾਰ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਰੁਤਬਾ ਪ੍ਰਦਾਨ ਕੀਤਾ। ਇਹਨਾਂ ਘਟਨਾਵਾਂ ਤੋਂ ਪਤਾ ਲੱਗਦਾ ਹੈ ਕਿ ਗੁਰੂ ਸਾਹਿਬਾਨ ਨੇ ਸਦੀਆਂ ਤੋਂ ਲਿਤਾੜੇ ਜਾ ਰਹੇ ਦਲਿਤ ਭਾਈਚਾਰੇ ਨੂੰ ਕਿਸ ਰੁਤਬੇ ਤੇ ਪਹੁੰਚਾ ਦਿੱਤਾ ਸੀ। ਫਿਰ ਅੱਗੇ ਅਸੀਂ ਦੇਖਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਬਾਣੀ। ਸੁਮੇਰ ਪਰਬਤ ਤੇ ਸਿੱਧਾ ਨੇ ਸਵਾਲ ਕੀਤਾ ਸੀ
जे सानू कहंदे हो घर बार त्यागण की लोड़ नहीं, पर किस कारण तजे उदासी, किस कारण ने भूख निवासी भेख निवासी, किस वखर के तुम बंजारे, क्यों कर साथ लंघावो पारे। गुरु नानक पातशाह ने कहा सी, नाथ जी मेरा मकसद है गुरमुख खोज भय उदासी। क्योंकि उस समय गुरमुख देश के ਵੱਖ-ਵੱਖ ਕੋਨਿਆਂ ਵਿੱਚ कोई बाबा रविदास जी, बाबा रामानंद जी, बाबा धन्ना जी, बाबा फरीद जी वर्गियां का रूप धारण करके ਵੱਖ-ਵੱਖ ਕੋਨਿਆਂ ਵਿੱਚ बैठे हुए सन। गुरु नानक देव जी ने जात पात के खात्मे ਲਈ बिना किसी वितकरे तो उन्होंने सारे गुरमुखां ਨੂੰ एक प्लेटफार्म ਤੇ ਬਿਠਾਉਣ ਦਾ प्रोग्राम बनाया। संसार के इतिहास ਵਿੱਚ ਇਹ पहली बार सी कि गुरु नानक देव जी ने सारे धर्मी पुरुषों ਨੂੰ एक स्टेज ਤੇ इकट्ठा करके जात पात के खात्मे की नींह रखी। तो गुरु नानक देव जी ने जिथे श्री गुरु ग्रंथ साहब जी बाणी विच छे ब्राह्मण महापुरुषां, मुसलमान ते होर उच्च जाति के महापुरुषों की बाणी दर्ज की, उत्थे शूद्र कहे जाने वाले बाबा धन्ना जी, बाबा कबीर जी, बाबा रविदास जी, बाबा नामदेव जी, बाबा सैन जी ते बाबा सदना जी वर्गे भगतां की बाणी श्री गुरु ग्रंथ साहब दर्ज करके समुची मानव जाति ਨੂੰ बराबर का दर्जा दिता। साडे देश विच शूद्रां ਨੂੰ परमात्मा ਦਾ जिथे भगती का ही हक नहीं सी, जे कोई शूद्र प्रभु भगती करता हुआ पकड़िया गया तब तुलसी रामायण के 76वें कांड के विच लिखा है कि समय के अवतार ने आप जाके उस शंभुक नाम के शूद्र का कतल किया। जिथे घटना वापरी उत्थे अजकल तक यादगार रामबाड़ी मंदिर अज भी कायम है। गुरु नानक देव जी ने अपनी उदासियां दौरान सारे भगतां की बाणी आप इकत्र की। ज्योति जोत समान वेले बाणी का यह पोथी पुरातन जन साखी की साखी नंबर 57 अनुसार एक महल शब्द जो हुआ सपोथी गुरु अंगद योग मिली। ये पोथी गुरु अंगद देव जी, गुरु अमरदास जी, गुरु रामदास जी के आंदे हुए बाणी का खजाना गुरु अर्जन देव जी को पुज्या। गुरु अर्जन देव जी ने अपनी बाणी समेत कुल 34 महापुरुषों की बाणी एक खास तरतीब देके श्री गुरु ग्रंथ साहब जी की संपादना करके 1 सितंबर सन 1604 ईस्वी को सचखंड श्री दरबार साहिब विखे पहला प्रकाश कर दिता। श्री गुरु अर्जन देव जी ने शूद्र कहे जाने वाले महापुरुषों को गुरु साहिबान के बराबर का दर्जा देके इन्हां सारे भगतों को भी सच्चा पातशाह होने का मान बख्शिया। जिहड़े जात मानी लोग शूद्रां नूं कई किस्म दी पाबंदियां लाते सन, वो ये गल किवें बर्दाश्त कर सकते सन। सो उन्हां लोकां ने जालम बादशाह जहांगीर तक चूलियां पजा के अंत श्री गुरु अर्जन देव जी को तत्ती तवी उबल दी देग ते तत्ती रेत सीत ते पवा के शहीद कर दिता। 30 मई सन 1606 ईस्वी को लाहौर की धरती को 6वें 7वें ते 8वें 9वें पातशाह ने दे समय श्री गुरु ग्रंथ साहब जी की बाणी के सैकड़े उतारे किए गए जो अज तक विद्वान लोग अपने हवाले दिंदे हन। उन्हां बीड़ां दे जात मानी लोगों के भारी विरोध के बावजूद गुरु साहिबान ने सारे भगतों की बाणी ने उसे मान सत्कार नाल कायम रखा। श्री गुरु गोबिंद सिंह जी ने पिता गुरु तेग बहादुर जी की बाणी गुरु ग्रंथ साहब में दर्ज करके अंत ज्योति जोत समान समय 7 अक्तूबर 1708 ਨੂੰ तख्त श्री हजूर नदेड़ साहिब विखे महाराष्ट्र में श्री गुरु ग्रंथ साहब जी को गुरगद्दी बच के इन्हां सारे भगतों की बाणी को भी गुरु होने का मान बख्शित किया। साडे देश की धरती ते जिन्हां लोकां नूं कोई अधिकार नहीं सी प्रचारक आण दा भगती करन दा, उन्हां नूं सर्वमानवता के रहबर बना देना इस तो वड्डा होर मान सन्मान दलित भाईचारे लिए की हो सकता है। अज जिहड़े दलित वीर भगतां दे नाम नाल गुरु या सतगुरु शब्द की वरतों करते हैं, उन्होंने ये पता होना चाहिए है कि भगत साहिबान नूं गुरु होने का रुतबा भी गुरु नानक जोत ਅਤੇ दशमेश पिता श्री गुरु गोबिंद सिंह जी महाराज वालों ही बख्शित किया गया। अज फिर बाबा रविदास जी की बाणी वख करके उहदे जाली नाम बाबा रविदास जी का वरत के ये बाणियां उच्चारण कीतियां गईयां और जिहदा मैं अगले लैक्चर के जिक्र करांगा। ये याद रहे कि सन 1935 ईस्वी जो डॉक्टर अंबेडकर जी सचखंड श्री हरमंदर साहब विखे आए तो सांझे लंगर पंगत छबीला सांझे सरोवर ते श्री गुरु ग्रंथ साहब जी बाबा रविदास जी वर्गे महापुरुषों की बाणी श्रवण करके बहुत प्रभावित हुए। उन्होंने सिख धर्म को मानववादी धर्म समझ के सिख बनने की ख्वाहिश प्रगट की, ऐलान किया कि मैं जिस हिंदू धर्म में पैदा होया हाँ
ਹੁਣ ਉਸ ਧਰਮ ਵਿੱਚ ਮਰਾਂਗਾ ਨਹੀਂ, ਕਿਉਂਕਿ ਹਿੰਦੂ ਧਰਮ ਦੇ ਪੁਜਾਰੀਵਾਦ ਨੇ ਦਲਿਤ ਭਾਈਚਾਰੇ ਨਾਲ ਸਦੀਆਂ ਤੋਂ ਪਸ਼ੂਆਂ ਵਰਗਾ ਸਲੂਕ ਕੀਤਾ ਹੈ, ਜੋ ਅੱਜ ਵੀ ਨਿਰੰਤਰ ਜਾਰੀ ਹੈ। ਗਿਆਨੀ ਜਗਤਾਰ ਸਿੰਘ ਦੀ ਜਾਚਕ ਦਾ ਹਵਾਲਾ ਮੈਂ ਪਿਛਲੀ ਵਾਰ ਵੀ ਦਿੱਤਾ ਸੀ ਕਿ ਉਸ ਵਕਤ 1936 ਨੂੰ ਸਿਰ ਤੇ ਦਸਤਾਰ ਸਜਾ ਕੇ ਵਿਸਾਖੀ ਵਾਲੇ ਦਿਨ ਡਾਕਟਰ ਅੰਬੇਦਕਰ ਜੀ ਸ਼ਾਮਲ ਹੋਏ ਤੇ ਉਸੇ ਦਿਨ ਆਪਣੇ ਭਤੀਜੇ ਨੂੰ ਉਹਨਾਂ ਨੇ ਖੰਡੇ ਵਾਟੇ ਦਾ ਅੰਮ੍ਰਿਤ ਵੀ ਛਕਾਇਆ। ਪਰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਜੇ ਭਾਰਤ ਦੇ ਕਰੋੜਾਂ ਸ਼ੂਦਰ ਸਿੱਖ ਧਰਮ ਵਿੱਚ ਸ਼ਾਮਲ ਹੋ ਜਾਣ ਤਾਂ ਸਦੀਆਂ ਦੀ ਗੁਲਾਮੀ ਤੋਂ ਛੁਟਕਾਰਾ ਪ੍ਰਾਪਤ ਕਰ ਸਕਦੇ ਹਨ। ਉਹਨਾਂ ਨੇ ਇੱਕੋ ਦਿਨ ਵਿੱਚ ਲੱਖਾਂ ਦਲਿਤਾਂ ਸਮੇਤ ਅੰਮ੍ਰਿਤ ਛਕ ਕੇ ਸਿੱਖ ਬਣਨ ਦਾ ਐਲਾਨ ਵੀ ਕੀਤਾ। ਪਰ ਮਹਾਤਮਾ ਗਾਂਧੀ ਜੀ ਨੇ ਆਪਣੀ ਅਖਬਾਰ ਯੰਗ ਇੰਡੀਆ ਵਿੱਚ ਡਾਕਟਰ ਅੰਬੇਦਕਰ ਨੂੰ ਤੇ ਉਹਨਾਂ ਦੇ ਭਾਈਚਾਰੇ ਨੂੰ ਸਿੱਖ ਬਣਨ ਤੋਂ ਰੋਕਣ ਲਈ ਮਰਨ ਵਰਤ ਦੀ ਧਮਕੀ ਵੀ ਦਿੱਤੀ। ਡਾਕਟਰ ਅੰਬੇਦਕਰ ਜੀ ਨੇ ਮਹਾਤਮਾ ਗਾਂਧੀ ਨੂੰ ਕਿਹਾ ਸੀ, ਇੱਕ ਸ਼ੂਦਰ ਨੂੰ ਆਪਣਾ ਗੁਰੂ ਮੰਨ ਕੇ ਰੋਜ਼ਾਨਾ 300 ਬ੍ਰਾਹਮਣ ਜੇ ਉਹਨੂੰ ਮੱਥਾ ਟੇਕੇ ਤਾਂ ਮੈਂ ਇਸ ਸ਼ਰਤ ਤੇ ਹਿੰਦੂ ਧਰਮ ਨਹੀਂ ਛੱਡਾਂਗਾ। ਪਰ ਗਾਂਧੀ ਜੀ ਨੇ ਡਾਕਟਰ ਸਾਹਿਬ ਦੀ ਇਹ ਸ਼ਰਤ ਰੱਦ ਕਰ ਦਿੱਤੀ। ਜਦੋਂ ਡਾਕਟਰ ਸਾਹਿਬ ਨੇ ਸਿੱਖ ਧਰਮ ਵਿੱਚ ਸ਼ਾਮਲ ਹੋਣ ਲਈ ਤਿਆਰ ਹੋ ਗਏ, ਗਾਂਧੀ ਜੀ ਅੜ ਗਏ। ਉਹਨਾਂ ਨੂੰ ਕਿਹਾ, ਉਹ ਕਹਿਣ ਲੱਗੇ ਇਸਲਾਮ ਧਰਮ ਕਿ ਕਿਸੇ ਹੋਰ ਧਰਮ ਵਿੱਚ ਸ਼ਾਮਲ ਹੋ ਜਾਓ, ਮੈਨੂੰ ਕੋਈ ਇਤਰਾਜ਼ ਨਹੀਂ, ਪਰ ਸਿੱਖ ਨਾ ਬਣੋ। ਡਾਕਟਰ ਸਾਹਿਬ ਈਸਾਈ ਤੇ ਇਸਲਾਮ ਧਰਮ ਨੂੰ ਵਿਦੇਸ਼ੀ ਧਰਮ ਨੂੰ ਹੋਣ ਕਰਕੇ ਪ੍ਰਵਾਨ ਨਹੀਂ ਸੀ ਕਰਦੇ। ਉਹਨਾਂ ਨੇ ਗਾਂਧੀ ਜੀ ਦੀ ਮਰਨ ਵਰਤ ਦੀ ਧਮਕੀ ਅੱਗੇ ਝੁਕਣਾ ਪਿਆ ਤੇ ਬੁੱਧ ਧਰਮ ਵਿੱਚ ਪ੍ਰਵੇਸ਼ ਕਰ ਗਏ। ਉਹਨਾਂ ਦੇ ਸ਼ਰਧਾਲੂਆਂ ਨੂੰ ਅੱਜ ਇਹ ਸੋਚਣ ਦੀ ਲੋੜ ਹੈ ਕਿ ਮਹਾਤਮਾ ਗਾਂਧੀ ਜੀ ਨੇ ਬੁੱਧ ਧਰਮ ਵਿੱਚ ਪ੍ਰਵੇਸ਼ ਕਰਨ ਲਈ ਡਾਕਟਰ ਸਾਹਿਬ ਨੂੰ ਇਤਨਾ ਕਿਉਂ ਜ਼ੋਰ ਪਾਇਆ ਅਤੇ ਸਿੱਖ ਬਣਨ ਤੋਂ ਸਖਤੀ ਨਾਲ ਕਿਉਂ ਰੋਕਿਆ। ਰਵਿਦਾਸੀਆ ਭਾਈਚਾਰੇ ਦੇ ਬੁੱਧੀਜੀਵੀ ਤਬਕੇ ਨੂੰ ਇਹ ਗੱਲ ਵਿਸ਼ੇਸ਼ ਧਿਆਨ ਇਸ ਗੱਲ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ। ਬਿਨਾਂ ਸੋਚੇ ਸਮਝੇ ਮਹਾਤਮਾ ਜੀ ਦੇ ਦੱਸੇ ਰਾਹ ਤੇ ਚੱਲ ਕੇ ਕਿ ਅਸੀਂ ਆਪਣੇ ਭਾਈਚਾਰੇ ਨੂੰ ਉਸੇ ਹਨੇਰੀ ਸੁਰੰਗ ਵਿੱਚ ਤਾਂ ਨਹੀਂ ਧੱਕ ਰਹੇ ਜਿੱਥੋਂ ਗੁਰੂ ਨਾਨਕ ਦੇਵ ਜੀ, ਬਾਬਾ ਰਵਿਦਾਸ ਜੀ, ਬਾਬਾ ਕਬੀਰ ਜੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਬਚਾਇਆ ਸੀ। ਸਾਨੂੰ ਵੀ ਮੁਸਲਮਾਨ ਭਾਈਚਾਰੇ ਵਾਂਗ ਸੁਚੇਤ ਹੋਣਾ ਚਾਹੀਦਾ ਹੈ। ਜਦੋਂ ਦੇਸ਼ ਵਿੱਚ ਉਹਨਾਂ ਦਾ ਰਾਜ ਖਤਮ ਹੋ ਗਿਆ, ਉਹਨਾਂ ਦੇ ਬੁੱਧੀਜੀਵੀਆਂ ਨੇ ਬੜੀ ਉੱਚੀ ਆਵਾਜ਼ ਦੇ ਵਿੱਚ ਇਹ ਗੱਲ ਆਖੀ ਸੀ कि वो दीने हजाजी का बेवाक बेड़ा, वो दीने हजाजी का बेवाक बेड़ा, न जेहूं में अटका न सेहूं में ठहरा, किए पार जिसने ते सातों समुंदर, वो डूबा दहाने में गंगा के आकर। ਇਹਦੇ ਦਲਿਤ ਭਾਈਚਾਰੇ ਨੂੰ ਸੁਚੇਤ ਹੋ ਕੇ ਆਪਣੇ ਭਵਿੱਖ ਬਾਰੇ ਸੋਚਣਾ ਚਾਹੀਦਾ ਹੈ। ਇੱਥੇ ਮੈਂ ਇਹ ਵੀ ਗੱਲ ਕਰ ਜਾਵਾਂ ਕਿ ਅੱਜ ਫੇਰ ਉਸੇ ਭਾਈਚਾਰੇ ਨੇ ਜੋ ਇਹਨਾਂ ਨੂੰ ਧੱਕਣਾ ਚਾਹੁੰਦੇ ਸੀ ਬੁੱਧ ਧਰਮ ਵੱਲ, ਅੱਜ ਬੁੱਧ ਧਰਮ ਤੋਂ ਤੋੜ ਲਈ ਕਿਉਂਕਿ ਉਹਨਾਂ ਦੀ ਗਿਣਤੀ ਵਧਣ ਲੱਗ ਪਈ ਸੀ। ਇਹ ਇੱਕ ਹੋਰ ਨਵਾਂ ਸ਼ੋਸ਼ਾ ਚੜ ਦਿੱਤਾ ਜੋ ਅੱਜ ਤੁਸੀਂ ਟੀਵੀ ਦੇ ਉੱਤੇ ਅਖਬਾਰਾਂ ਦੇ ਵਿੱਚ ਪੜ੍ਹਿਆ ਹੈ ਕਿ ਵੱਖਰਾ ਧਰਮ ਰਵਿਦਾਸੀਆ ਧਰਮ ਜਿਹੜਾ ਸ਼ੁਰੂ ਕਰ ਦਿੱਤਾ ਜਾਵੇ। ਰੱਖਣਾ ਉਹਨਾਂ ਨੇ ਘੱਟ ਗਿਣਤੀ ਵਿੱਚ ਹੀ ਹੈ। ਇਹਦੇ ਬਾਰੇ ਅਗਲੀ ਵਾਰ ਵਿਚਾਰ ਕਰਾਂਗੇ। ਮੇਰਾ ਧਿਆਨ ਟਾਈਮ ਵੱਲ ਵੀ ਹੈ। ਦਸ਼ਮੇਸ਼ ਪਿਤਾ ਜੀ ਦੇ ਪਰਵਕਾਰ ਅਸੀਂ ਭੁੱਲ ਕੇ ਅਕਿਰਤ ਘਣਾ ਦੀ ਗਿਣਤੀ ਵਿੱਚ ਸ਼ਾਮਲ ਹੋ ਜਾਵਾਂਗੇ, ਕਿਉਂਕਿ ਗੁਰੂ ਨਾਨਕ ਜੋਤ ਨੇ 10 ਜਾਮਿਆਂ ਦੇ ਰਾਹੀਂ ਜਤ ਪਾਤ ਦੇ ਜਿਸ ਕੋਡ ਨੂੰ ਖਤਮ ਕਰਕੇ 30 ਮਾਰਚ 1699 ਈਸਵੀ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਇੱਕੋ ਬਾਟੇ ਵਿੱਚ ਅੰਮ੍ਰਿਤ ਛਕਾ ਕੇ ਸ਼ੁੱਧ ਨਿਆਰੇ ਖਾਲਸਾ ਪੰਥ ਨੂੰ ਸੰਪੂਰਨਤਾ ਬਖਸ਼ੀ ਤੇ ਜਾਤ ਪਾਤ ਤੋਂ ਮੁਕਤ ਕਰਕੇ ਖਾਲਸੇ ਨੂੰ ਏਕਤਾ ਦੇ ਸੂਤਰ ਵਿੱਚ ਪਰੋਏ ਰੱਖਣ ਲਈ ਖਾਲਸੇ ਦਾ ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ, ਜਨਮ ਕੇਸਗੜ੍ਹ ਦਾ ਸਮੁੱਚਾ ਖਾਲਸਾ ਵਾਸੀ ਅਨੰਦਪੁਰ ਹੋਣ ਦਾ ਮਾਣ ਪ੍ਰਦਾਨ ਕੀਤਾ ਤੇ ਸਿੱਖ ਪੰਥ ਵਿੱਚੋਂ ਜਾਤ ਪਾਤ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ। ਹਰ ਸਿੱਖ ਦੇ ਨਾਮ ਪਿੱਛੇ ਸਿੰਘ ਤੇ ਸਿੱਖਣੀ ਦੇ ਨਾਮ ਪਿੱਛੇ ਕੌਰ ਤਖੱਲਸ ਦੇ ਕੇ ਅੱਜ ਅਸੀਂ ਇਸ ਦੀ ਮਹੱਤਤਾ ਨਹੀਂ ਸਮਝ ਰਹੇ। ਸਮੁੱਚੀ ਕੌਮ ਵਿੱਚ ਇੱਕ ਸਾਰਤਾ ਪੈਦਾ ਕਰ ਦਿੱਤੀ। ਸਾਰਿਆਂ ਨੂੰ ਇੱਕੋ ਜਿਹੀ ਸਾਬਤ ਸੂਰ ਦਸਤਾਰ ਸਿਰਾ 5 ਕਕਾਰਾਂ ਦੀ ਵਰਦੀ ਦਿੱਤੀ ਤੇ ਸਮੁੱਚੇ ਖਾਲਸਾ ਪੰਥ ਨੂੰ ਗੁਰੂ ਹੋਣ ਦਾ ਮਾਣ ਬਖਸ਼ਿਆ। ਖਾਲਸਾ ਪੰਥ ਦੀ ਅਗਵਾਈ ਲਈ ਜਿਹੜੇ 5 ਪਿਆਰੇ ਸਭ ਤੋਂ ਪਹਿਲਾਂ ਚੁਣੇ ਗਏ ਤੇ ਯਾਦ ਰੱਖਣ ਵਾਲੀ ਗੱਲ ਉਹਨਾਂ ਵਿੱਚੋਂ 4 ਸ਼ੂਦਰ ਭਾਈਚਾਰੇ ਨਾਲ ਸੰਬੰਧਿਤ ਹਨ, ਇੱਕ ਸਵਰਨ ਜਾਤੀ ਵਿੱਚੋਂ ਸੀ। ਇਹਨਾਂ 5 ਪਿਆਰਿਆਂ ਪਾਸੋਂ ਹੀ ਦਸ਼ਮੇਸ਼ ਪਿਤਾ ਨੇ ਆਪ ਅੰਮ੍ਰਿਤ ਛਕਿਆ। ਉਸੇ ਬਾਟੇ ਦੇ ਵਿੱਚੋਂ ਆਪੇ ਗੁਰੂ ਤੇ ਆਪੇ ਚੇਲਾ ਭਾਈ ਗੁਰਦਾਸ ਜੀ ਦਾ ਕਥਨ, ਮੈਂ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਇਕੇਲਾ, ਵਾਹ ਵਾਹ ਗੋਬਿੰਦ ਸਿੰਘ, ਆਪੇ ਗੁਰਚੇਲਾ ਦੀ ਮਿਸਾਲ ਕਾਇਮ ਕਰ ਦਿੱਤੀ। ਇਹ ਤਾਂ ਸੰਸਾਰ ਦੇ ਇਤਿਹਾਸ ਪੈਗੰਬਰ ਹੀ ਰਹੇ, ਚੇਲੇ ਹੀ ਰਹੇ, ਅਵਤਾਰ ਹੀ ਰਹੇ, ਸੇਵਕ ਹੀ ਰਹੇ। ਪਰ ਗੁਰੂ ਨਾਨਕ ਜੋਤ ਨੇ
ਗੁਰੂ ਅਤੇ ਚੇਲੇ ਦਾ ਫਰਕ ਮਿਟਾ ਕੇ 10ਵੇਂ ਜਾਮੇ ਰਾਹੀਂ ਆਪਣੇ ਸਿੱਖ ਨੂੰ ਇਹ ਮਾਣ ਦਿੱਤਾ ਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ मैं हूं करूं निवास, खालसा मेरो सतगुरु पूरा। अपना सतगुरु भी कह दिता, खालसा मेरो सज्जन सूरा। बड़ी लंबी लिस्ट के सच्चे पातशाह ने कसम खा के कहा कि खालसा किते मेरी गल एवें ना समझ ली, मैं कसम खा के कहना या मैं रंच ना मिथ्या पाखी, पार ब्रह्म गुरु नानक साखी। गुरु नानक ते पार ब्रह्म मेरे गवाह हन कि रोम रोम जे रसना पाऊं, तब खालसा जस तो है गाओ। मैं जिन्ने मेरे शरीर दे रोम हन, जे किते भी जीभा बन जान सारे दे सारे, तां भी खालसा मैं तेरे ही गुण गांदा रहांगा, क्योंकि खालसा मेरो सतगुरु पूरा। या हों खालसे का खालसा मेरो ओत पोत सागर बंदेरो। वो शूद्रां दे ते सारी मानवता दे ਜਿਹੜੇ ਲੋਕ ਸਨ, ਉਹਨਾਂ ਨੂੰ ਅੰਮ੍ਰਿਤ ਛਕਾ ਕੇ ਉਸ ਇਕੱਠ ਨੂੰ ਕੀ ਕਿਹਾ ਵੀ ਸਮੁੰਦਰ ਹੈ। ਖਾਲਸਾ ਇੱਕ ਸਮੁੰਦਰ, ਮੈਂ ਉਹਦੀ ਛੋਟੀ ਜਿਹੀ ਬੂੰਦ ਹਾਂ। ਅੱਜ ਬਾਬਾ ਰਵਿਦਾਸ ਜੀ ਨੂੰ ਸਮੁੰਦਰ ਦਾ ਹਿੱਸਾ ਗੁਰੂ ਨਾਨਕ ਪਾਤਸ਼ਾਹ ਨੇ ਬਣਾਇਆ, ਪਰ ਅੱਜ ਫਿਰ ਉਸ ਸਾਗਰ ਨੂੰ ਬੂੰਦ ਦੇ ਵਿੱਚ ਬਦਲਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ। ਇਹ ਕੇਵਲ ਰਵਿਦਾਸੀਆ ਭਾਈਚਾਰੇ ਦਾ ਹੀ ਬਾਬਾ ਰਵਿਦਾਸ ਜਿਹੜਾ ਗੁਰੂ ਹੈ, ਹੋਰ ਕਿਸੇ ਦਾ ਨਹੀਂ। ਕਮਾਲ ਦੀ ਬਾਤ ਹੈ, ਇਹਦੇ ਬਾਰੇ ਫਿਰ ਕਿਤੇ ਵਿਚਾਰ ਕਰਾਂਗੇ। ਗੁਰੂ ਜੀ ਵੱਲੋਂ ਖਾਲਸੇ ਨੂੰ ਕਿੰਨਾ ਮਾਣ ਦਿੱਤਾ। 1699 ਦੀ ਵਿਸਾਖੀ ਦੇ ਵੱਡੇ ਇਕੱਠ ਲਈ ਵਿਸ਼ਾਲ ਲੰਗਰ ਦਾ ਪ੍ਰਬੰਧ ਦੇਖ ਕੇ ਜਦੋਂ ਬਿਲਾਸਪੁਰ ਰਿਆਸਤ ਦੇ ਪੰਮਾ ਪ੍ਰਬੋਧ ਨੇ ਆ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਇਤਰਾਜ਼ ਹੈ ਸਾਡਾ ਕਿ ਹਰ ਯੱਗ ਤੋਂ ਪਹਿਲਾਂ ਸਾਨੂੰ ਬ੍ਰਾਹਮਣਾਂ ਨੂੰ ਸਰਵਉੱਚ ਮੰਨ ਕੇ ਪਹਿਲਾਂ ਭੋਜਨ ਖਵਾਇਆ ਜਾਂਦਾ ਹੈ, ਪਰ ਤੁਸੀਂ ਸਾਡਾ ਯਾਦ ਹੀ ਨਹੀਂ ਕੀਤਾ। ਤੁਸੀਂ ਸਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਜੋ ਉਸ ਵੇਲੇ ਕਿਹਾ, ਉਹਨਾਂ ਦੀ ਪੰਥ ਪ੍ਰਵੰਤ ਬਾਣੀ ਵਿੱਚ ਅਸੀਂ ਪ੍ਰਚਾਰਦੇ ਹਾਂ ਤੇ ਜੋ ਕੁਛ ਲੇਖ ਲਿਖਿਓ ਵਿਦਨਾ ਸੋਈ ਪਾਈਏ ਤੈ ਵਿਚਰ ਜੂ ਸ਼ੋਕ ਨਿਵਾਰੋ। ਮੇਰੋ ਕਛ ਅਪਰਾਧ ਨਹੀਂ ਗਿਓ ਯਾਦ ਤੇ ਭੂਲ ਨਾ ਕੋਪ ਚਿਤਾਰੋ। ਤੇ ਤੁਹਾਡਾ ਚੇਤਾ ਹੀ ਭੁੱਲ ਗਿਆ। ਚੇਤਾ ਉਹਦਾ ਭੁੱਲਦਾ ਹੈ ਜਿਸ ਚੀਜ਼ ਦੀ ਲੋੜ ਨਾ ਹੋਵੇ। ਬਾਗੋਂ ਨਿਹਾਲੀ ਪੜ੍ਹੇ ਦੇ ਹਨ आज भले तुमको निश्चय जी तारो। रियाई तलाई कोई चाहिदा है तो ले जाओ महाराज, पर क्षत्रिय सवै कृत विप्रन की इनू पे कटाश कृपा ते निहारो। ये गुरु नानक पातशाह जे सिख ਹੁਣ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਤੋਂ ਮੁਕਤ ਹੋ ਕੇ ਗੁਰੂ ਦਾ ਹੀ ਰੂਪ ਹੋਣ, ਕਿਰਪਾ ਕਰਕੇ ਹੁਣ ਇਹਨਾਂ ਦਾ ਖਹਿੜਾ ਛੱਡ ਜਾਓ। ਇਸੇ ਤਰ੍ਹਾਂ ਪਹਾੜੀ ਰਾਜਿਆਂ ਦਾ ਗੁੱਸਾ ਕਿੰਨਾ ਚੜ ਗਿਆ ਜਦੋਂ 1683 ਵਿੱਚ ਰਵਾਲ ਸਰ ਤੇ ਗੁਰੂ ਸਾਹਿਬ ਨੇ ਕਿਹਾ ਸੀ, ਆਓ ਗੁਰੂ ਨਾਨਕ ਦੇ ਝੰਡੇ ਥੱਲੇ ਇਕੱਠੇ ਹੋ ਕੇ ਅਸੀਂ ਵਿਦੇਸ਼ੀ ਹਮਲਾਵਰਾਂ ਦਾ, ਵਿਦੇਸ਼ੀ ਰਾਜੇ ਮਹਾਰਾਜਿਆਂ ਦਾ ਚੂੜਾ ਗਲੋਂ ਲਾ ਦੀਏ ਗੁਲਾਮੀ ਤੋਂ। ਉਲਟਾ ਉਹ ਜਾਤਮਾਨੀ ਲੋਕਾਂ ਨੇ ਸ਼ਰਤ ਲਾ ਦਿੱਤੀ, ਸੱਚੇ ਪਾਤਸ਼ਾਹ ਆ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਚੂੜੇ ਚਮਾਰ ਛਿੰਬੇ ਨਾਈ ਜੱਟ ਜਿਹੜੇ ਤੁਸੀਂ ਇਕੱਠੇ ਕਰ ਲੈਣਾ, ਇਹ ਚ ਬਹੁਤ ਸਾਰੇ ਸਾਡੇ ਕੰਮ ਸੀ ਹੈ, ਕਮੀ ਕਮੀਣ ਹੈ ਸਾਡੇ ਲਈ। ਕੋਈ ਗੰਦ ਚੁੱਕਦਾ ਹੈ ਸਾਡਾ, ਕੋਈ ਡੰਗਰ ਪਾਲਦਾ, ਕੋਈ ਕੁਛ। ਸੱਚੇ ਪਾਤਸ਼ਾਹ ਨੇ ਉਸ ਵੇਲੇ ਇੱਕ ਗੱਲ ਆਖੀ ਸੀ, ਪਹਾੜੀ ਰਾਜਿਓ ਧਿਆਨ ਦੇ ਨਾਲ ਸੁਣ ਲਓ। ਤੁਸੀਂ ਚਾਹੁੰਦੇ ਹੋ ਮੈਂ ਬਾਟਾ ਵੱਖਰਾ ਕਰ ਦੇਵਾਂ, ਤੁਸੀਂ ਚਾਹੁੰਦੇ ਹੋ ਮੈਂ ਸੰਗਤ ਵੱਖਰੀ ਕਰ ਦੇਵਾਂ, ਤੁਸੀਂ ਚਾਹੁੰਦੇ ਹੋ ਕਿ ਮੈਂ ਇਹਨਾਂ ਨੂੰ ਵੱਖ-ਵੱਖ ਕਰ ਦੇਵਾਂ, ਪਰ ਯਾਦ ਰੱਖਿਓ ਸਤ ਸਨਾਤ ਪਰਵਾਰਾਂ ਜਾਤ ਜਾਣੇ ਨਾਹੀ ਰਾਜਨੀਤੀ ਦੀ ਬਾਤ। ਜੱਟ ਬੂਟ ਕਹਿ ਜਗ ਮਾਹੀ ਬਾਣੀਏ ਕਲਾਲ ਕਰਾਰ ਸਦਾਹੀ। ਲੋਹਾਰ ਤਰਖਾਨ ਹੋਤ ਜੋ ਜਾਤ ਕਮੀਨੀ ਛੀਪੇ ਕਲਾਲ ਨੀਚਨ ਪੈ ਕਿਰਪਾ ਕੀਨੀ। ਗੁਜ਼ਰ ਗਵਾਰ ਹੀਰ ਕਮਜਾਤ ਕਮੋਏ ਸੂਦਨ ਕੋਈ ਨਾ ਪੁੱਛੇ ਬਾਤ। ਚੀਵਰ ਨਾਈ ਰੋੜੇ ਕਮਿਆਰ ਸੈਣੀ ਸੁਨਿਆਰੇ ਚੂੜੇ ਚਮਿਆਰ। पाटो ब्राह्मण जो हो मंगवार वह रूपिये लुभाने कुम्हार। इन गरीब सिखन को देऊं पातशाही ये याद करे अमरी गुरियाई। अके जिनकी जात और कुलमाही सरकारी ना पई कदाही। इन्हीं को सरदार बनाऊं इन्हीं से राजे उपजाऊं। राज करन की रीत सिखाऊं तब गोविंद सिंह नाम कहाऊं। अंत शूद्र कहे जाने वाले लोगों ਨੂੰ राजे महाराजे बनान ते सरदार बनाने ਲਈ ਦਸ਼ਮੇਸ਼ ਪਿਤਾ ਨੇ ਭੰਗਾਣੀ, ਅਨੰਦਪੁਰ ਸਾਹਿਬ, ਚਮਕੌਰ ਸਾਹਿਬ, ਨਦੌਨ ਤੇ ਮੁਕਤਸਰ ਵਿਖੇ 16 ਹਥਿਆਰਬੰਦ ਯੁੱਧ ਲੜੇ ਤੇ 16 ਹੀ ਜਿੱਤੇ। ਅਨੰਦਪੁਰ ਸਾਹਿਬ ਛੱਡਣਾ ਪਿਆ, ਸਰਸਾ ਦੇ ਕੰਢੇ ਪਰਿਵਾਰ ਵਿਛੜ ਗਿਆ। ਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਵਿੱਚ 40 ਸਿੰਘਾਂ ਸਮੇਤ ਸ਼ਹੀਦ ਹੋ ਗਏ। 22 ਦਸੰਬਰ 1708 ਦੀ 4 ਦੀ ਰਾਤ ਨੂੰ 50 ਪਿਆਰਿਆਂ ਦੇ ਹੁਕਮ ਨਾਲ ਗੜੀ ਛੱਡਣ ਸਮੇਂ ਜਦੋਂ ਆਲੇ ਦੁਆਲੇ ਲੱਖਾਂ ਲਾਸ਼ਾਂ ਦੇ ਢੇਰ ਲੱਗੇ ਹੋਏ ਸਨ, ਸਾਹਿਬਜ਼ਾਦਿਆਂ ਦੀਆਂ ਲਾਸ਼ਾਂ ਵੀ ਉਹਨਾਂ ਵਿੱਚ ਸਨ ਤੇ 10 ਸਿੱਖ ਅੰਦਰ ਗੜੀ ਦੇ ਵਿੱਚ ਬਾਕੀ ਰਹਿੰਦੇ ਸਨ। ਗੜੀ ਤੋਂ ਬਾਹਰ ਜੋ ਹਾਲਾਤ ਸੀ, ਇਸ ਭਿਆਨਕ ਸਮੇਂ ਵੀ ਸਰਵੰਸਦਾਨੀ ਦਸ਼ਮੇਸ਼ ਪਿਤਾ ਨੇ ਪਹਿਲੇ ਜਾਮੇ ਦੇ ਵਿੱਚ ਕੀਤਾ ਹੋਇਆ ਵਾਅਦਾ ਕਿ ਨੀਚਾ ਅੰਦਰ ਨੀਚ ਸਾਧ ਨੀਚੀ ਹੂੰ ਅਤ ਨੀਚ। ਨਾਨਕ ਦਿਨ ਕੇ ਸੰਗ ਸਾਥ ਵੱਡਿਆਂ ਸੰਕਰੀਸ ਜੈਨ ਗਰੀਬ ਸਿੱਖਣ ਕੋ ਦਿਨ ਪਾਤਸ਼ਾਹੀ ਵਾਲਾ ਵਾਅਦਾ
ਨਾ ਭੁਲਾਇਆ ਤੇ ਖਾਲਸਾ ਪੰਥ ਨੂੰ ਗੁਰਿਆਈ ਦੇਣ ਵੇਲੇ 50 ਪਿਆਰਿਆਂ ਵਿੱਚ ਸ਼ਾਮਲ ਬਾਬਾ ਸੰਗਤ ਸਿੰਘ ਜੀ ਨੂੰ ਆਪਣੀ ਪੁਸ਼ਾਕ, ਆਪਣੀ ਦਸਤਾਰ ਤੇ ਆਪਣੀ ਕਲਗੀ ਸਜਾ ਕੇ ਦਲਿਤ ਭਾਈਚਾਰੇ ਦੇ ਮਾਣ ਸਨਮਾਨ ਨੂੰ ਸਿਖਰ ਤੇ ਪਹੁੰਚਾ ਦਿੱਤਾ ਤੇ ਆਪ ਚਮਕੌਰ ਦੀ ਗੜੀ ਨੂੰ ਛੱਡ ਕੇ ਨੰਗੇ ਪੈਰੀ ਮਾਛੀਵਾੜੇ ਦੇ ਜੰਗਲਾਂ ਵੱਲ ਚਲੇ ਗਏ। ਅੱਜ ਫੇਰ ਜਾਤਮਾਨੀ ਲੋਕਾਂ ਨੇ ਦਲਿਤ ਭਾਈਚਾਰੇ ਦੇ ਵਿੱਚ ਫਿਰ ਕਾਂਜੀ ਫੁੱਟ ਸੁੱਟ ਦਿੱਤੀ ਹੈ। ਫੁੱਟ ਪਾਉਣ ਦੇ ਲਈ ਇੱਕ ਸਾਜ਼ਿਸ਼ ਅਧੀਨ ਇਹ ਝਗੜਾ ਖੜਾ ਕਰ ਦਿੱਤਾ ਕਿ ਕਲਗੀ ਤੇ ਪੁਸ਼ਾਕ ਭਾਈ ਜੀਵਨ ਸਿੰਘ ਜੀ ਰੰਗਰੇਟੇ ਨੂੰ ਦਿੱਤੀ ਸੀ। ਇਹ ਬਾਬਾ ਸੰਗਤ ਸਿੰਘ ਨੂੰ ਨਹੀਂ, ਦੋ ਭਾਈਚਾਰੇ ਆਪਸ ਵਿੱਚ ਟਕਰਾਉਣ ਦੇ ਲਈ ਤਿਆਰ ਖੜੇ ਹੋਏ ਹਨ। ਰੰਗਰੇਟੇ ਅਤੇ ਰਾਮਦਾਸੀ ਸਿੱਖਾਂ ਨੂੰ ਮੈਂ ਬੇਨਤੀ ਕਰਾਂਗਾ, ਇਸ ਸਾਜ਼ਿਸ਼ ਤੋਂ ਸੁਚੇਤ ਰਹੋ। ਵਿਅਕਤੀਗਤ ਰੂਪ ਵਿੱਚ ਗੁਰੂ ਸਾਹਿਬ ਨੇ ਕਿਸੇ ਨੂੰ ਗੱਦੀ ਨਹੀਂ ਦਿੱਤੀ, ਕਿਸੇ ਨੂੰ ਕਲਗੀ ਜਾਂ ਪੁਸ਼ਾਕ ਨਹੀਂ ਪਹਿਨਾਈ। ਇਹ ਤਾਂ ਸਮੁੱਚੇ ਦਲਿਤ ਭਾਈਚਾਰੇ ਨੂੰ ਮਾਣ ਸਨਮਾਨ ਦੇਣ ਦੇ ਲਈ ਹੀ ਸੱਚੇ ਪਾਤਸ਼ਾਹ ਨੇ ਇਹ ਬਾਬਾ ਸੰਗਤ ਸਿੰਘ ਦੇ ਸਿਰ ਤੇ ਜਾਂ ਬਾਬਾ ਜੀਵਨ ਸਿੰਘ ਦੇ ਸਿਰ ਤੇ ਵੀ ਮੰਨ ਲਓ, ਪਰ ਆਪਸ ਵਿੱਚ ਲੜੋ ਨਾ। ਕਿਉਂਕਿ ਜਦੋਂ ਕਿਸੇ ਸੱਚੇ ਪਾਤਸ਼ਾਹ ਨੇ ਪੁੱਛਿਆ ਸੀ, ਸੱਚੇ ਪਾਤਸ਼ਾਹ ਸਾਰਾ ਕੁਰਬਾਨ ਹੀ, ਸਾਰਾ ਸਰਬੰਸ ਹੀ ਕੁਰਬਾਨ ਕਰ ਦਿੱਤਾ, ਤੇ ਇਤਨੀ ਵੱਡੀ ਕੁਰਬਾਨੀ ਕਿਉਂ ਕਰਨੀ ਪਈ ਤੁਹਾਨੂੰ? गुरु पातशाह ने उस वे गल आखी, सेव करी इन्हीं की पावत और की सेव सुहात न जीको, दान दियो इन्हीं को भलो, कुरान को दान न लागत नीको, आगे भले इन्हीं को दियो, जग में जस और दियो सब को, मोगरे ते मन ते तन ते सिर लो तन लो, सब ही इन्हीं को। इत्थे ही बस नहीं, सच्चे पातशाह ने कहा सी युद्ध च इन्हीं के प्रसाद, इन्हीं के प्रसाद सुदान करे, अब ओग करे इन्हीं के प्रसाद, इन्हीं की कृपा फुन धाम परे, इन्हीं के प्रसाद सुविद्या ले, इन्हीं की कृपा सब शत्रु मरे, इन्हीं की कृपा के सजे हम हैं, नहीं मोसो गरीब करोड़ परे। गुरु प्यारियो, आओ गुरु जोत, गुरु नानक जोत, दसम पातशाह धन गुरु गोबिंद सिंह जी महाराज, धन गुरु अर्जन देव जी, धन गुरु नानक पातशाह के परबकारां नूं भुला के किते असीं अकिरत घणां दी खड्ड विच ना डिग जाइए। मैं समੁੱਚੇ ਦਲਿਤ ਭਾਈਚਾਰੇ ਨੂੰ ਬੇਨਤੀ ਕਰਾਂਗਾ ਕਿ ਪਹਿਲਾਂ ਤੁਹਾਨੂੰ ਧੱਕਿਆ ਜਾ ਰਿਹਾ ਸੀ ਬੁੱਧ ਧਰਮ ਵੱਲ ਨੂੰ, ਹੁਣ ਮਹਿਸੂਸ ਕੀਤਾ ਉਹਨਾਂ ਦੀ ਗਿਣਤੀ ਵੱਧ ਕੇ ਸਾਡੇ ਲਈ ਫੇਰ ਇਹ ਸ਼ੂਦਰ ਲੋਕ ਸਾਡੇ ਸਿਰ ਤੇ ਚੜ ਜਾਣਗੇ, ਇਹਨਾਂ ਨੂੰ ਕੱਲਿਆਂ ਨੂੰ ਹੀ ਰੱਖ ਲਿਓ। ਪਹਿਲਾਂ ਵੀ ਸਿੱਖਾਂ ਦੀ ਗਿਣਤੀ ਘਟਾਉਣ ਵਾਸਤੇ ਜਿਹੜਾ ਸਹਿਜਧਾਰੀ ਦਾ ਮਸਲਾ ਖੜਾ ਕੀਤਾ ਉਹ ਇਸ ਜਮਾਤ ਵੱਲੋਂ ਹੀ ਕੀਤਾ ਸੀ, ਅਸੀਂ ਉਸ ਦਾ ਸ਼ਿਕਾਰ ਹੋਏ ਤੇ ਹੁਣ ਤੁਹਾਨੂੰ ਬਾਹਰ ਕੱਢਣ ਦੇ ਲਈ ਤਿਆਰੀਆਂ ਹੋ ਗਈਆਂ। ਆਓ ਸਰਬੰਸਦਾਨੀ ਦਸ਼ਮੇਸ਼ਤਾ ਦੇ ਪਰਉਪਕਾਰਾਂ ਨੂੰ ਯਾਦ ਰੱਖ ਕੇ ਰੰਗਰੇਟੇ ਗੁਰੂ ਕੇ ਬੇਟੇ ਬਣੇ ਰਹੀਏ, ਨਹੀਂ ਤਾਂ ਫਿਰ ਅਸੀਂ ਉਸੇ ਖੱਡ ਦੇ ਵਿੱਚ ਜਾ ਡਿਗਾਂਗੇ ਜਿੱਥੋਂ ਸਾਨੂੰ ਭਗਤ ਸਾਹਿਬਾਨ ਨੇ ਅਤੇ ਗੁਰੂ ਨਾਨਕ ਨਜੋਤ ਨੇ ਕੱਢਿਆ। ਭੁੱਲ ਗਲਤੀ ਲਈ ਖਿਮਾ ਕਰਨਾ ਜੀ, ਟਾਈਮ ਭਾਵੇਂ ਥੋੜਾ ਕੁ ਵੱਧ ਹੋ ਗਿਆ, ਮੁਆਫ ਕਰ ਦੇਣਾ। ਬਾਕੀ ਰਹਿੰਦੇ ਸਵਾਲਾਂ ਦੇ ਜਵਾਬ ਤੇ ਹੋਰ ਜਿਵੇਂ ਗੁਰੂ ਪਾਤਸ਼ਾਹ ਬਖਸ਼ ਕਰਨਗੇ ਅਗਲੀ ਕਲਾਸ ਦੇ ਵਿੱਚ, ਐਤਵਾਰੀ ਹੋਏਗੀ ਸ਼ਾਇਦ, ਉਸ ਦਿਨ ਵਿਚਾਰ ਸਾਂਝੇ ਕਰਾਂਗੇ ਜੇ ਇਜਾਜ਼ਤ ਮਿਲੀ। ਵੀਰ ਹਰਜੀਤ ਸਿੰਘ ਜੀ, ਚਰਨਜੀਤ ਸਿੰਘ ਜੀ, ਸਰਦਾਰ ਰਾਜਾ ਸਿੰਘ ਜੀ ਵਰਗੀਆਂ ਸ਼ਖਸੀਅਤਾਂ ਦਾ ਧੰਨਵਾਦ ਤੇ ਵੱਡਾ ਪਰਉਪਕਾਰ ਕੀਤਾ ਤੇ ਇਹ ਵਿਚਾਰ ਜਿਹੜੇ ਸਿੱਖ ਸੰਗਤਾਂ ਤੱਕ ਪਹੁੰਚਣ ਲੱਗੇ। ਆਓ ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ